ਵਾਹਿਗੁਰੂ ਜੀ ਕੀ ਫਤਿਹ। प्यारे दर्शकों, आप जी ने ਇਹ ਛੋਟਾ ਜਿਹਾ ਕਲਿੱਪ ਦੇਖਿਆ ਜਿਸ ਦੇ ਵਿੱਚ ਪੁਲਿਸ ਬੜੀ ਬੇਰਹਿਮੀ ਨਾਲ ਉਹਨਾਂ ਬੇਰੁਜ਼ਗਾਰ ਲਾਈਨਮੈਨਾਂ ਨੂੰ ਕੁੱਟ ਰਹੀ ਹੈ, ਉਹਨਾਂ ਦੇ ਵਾਲਾਂ ਤੋਂ ਫੜ ਕੇ ਘਸੀਟ ਰਹੀ ਹੈ। ਦਸਤਾਰਾਂ ਦੀ ਬੇਇੱਜ਼ਤੀ ਜਿਹੜੀ ਹੈ ਸ਼ਰੇਆਮ ਹੋ ਰਹੀ ਹੈ। ਹੁਣ ਸਾਡੇ ਨਾਲ ਭਾਰਤ ਤੋਂ, ਪੰਜਾਬ ਤੋਂ ਕਾਲਰ ਜੁੜ ਚੁੱਕੇ ਨੇ। ਆਓ ਅਸੀਂ ਉਹਨਾਂ ਦੀ ਜ਼ੁਬਾਨੀ ਸੁਣੀਏ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਵਾਹਿਗੁਰੂ जी का खालसा, वाहिगुरु जी की फतेह जी। कौन साहब बोल रहे जी? हाँ जी, मैं पिरमल सिंह बोल रहा जी, सूबा प्रधान बेरोजगार लाइनमैन पंजाब तो जी। हाँ जी भाजी, की कहना चाहते हो? हाँ जी, जो अभी पहला तो सिख चैनल का बहुत बहुत धन्यवाद करते हैं जिन्होंने देश विदेश तक जी भी लाइनमैना नाल जो धक्का होया ਉਹਦੀ ਆਵਾਜ਼ ਹੈ ਜਿਹੜੀ ਉਹ ਪਹੁੰਚਾ ਰਹੇ ਹੋਗੇ। ਅਸੀਂ ਇਹਦੇ ਲਈ ਯੂਨੀਅਨ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਹੈ ਭਾਜੀ। ਹਾਂਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਜਾਂ ਕਲਿੱਪ ਦੇ ਵਿੱਚ ਕਿ ਜਿਹੜੇ ਬੇਰੁਜ਼ਗਾਰ ਲਾਈਨਮੈਨ ਨੇ ਉਹ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜਿਹੜੇ ਕਿ ਪਿਛਲੇ 15 ਸਾਲਾਂ ਤੋਂ ਪਾਵਰਕਾਮ ਬਿਜਲੀ ਬੋਰਡ ਦੇ ਅੰਦਰ ਲਾਈਨਮੈਨ ਦਾ ਜਿਹੜਾ ਕੋਰਸ ਕਰਕੇ ਉਹ ਸੜਕਾਂ ਦੇ ਉੱਪਰ ਰੁੜ ਰਹੇ ਨੇ, ਉਹ ਆਪਣੇ ਰੁਜ਼ਗਾਰ ਦੀ ਮੰਗ ਕਰ ਰਹੇ ਨੇ। ਸੋ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਰੁਜ਼ਗਾਰ ਦੀ ਥਾਂ ਤੇ ਜਿਹੜਾ ਵੀ ਉਹ ਡਾਂਗਾਂ ਔਰ ਜੇਲਾਂ ਜਿਹੜੀਆਂ ਉਹ ਦਿੱਤੀਆਂ ਨੇ। ਸੋ ਕਾਫੀ ਲੰਮੇ ਸੰਘਰਸ਼ ਤੋਂ ਬਾਅਦ ਜਿਸ ਦੇ ਸਾਡੇ ਪਰਿਵਾਰਕ ਮੈਂਬਰ ਵੀ, ਬਜ਼ੁਰਗ ਮਾਤਾਵਾਂ, ਭੈਣਾਂ, ਬੱਚੇ ਸ਼ਾਮਲ ਹੋਏ, ਜਿਸ ਦੇ ਦਬਾਅ ਹੇਠ ਜਿਹੜਾ ਵੀ ਪੰਜਾਬ ਸਰਕਾਰ ਨੂੰ ਆਖਰ ਮਜਬੂਰ ਹੋ ਕੇ ਅਕਾਲੀ ਭਾਜਪਾ ਸਰਕਾਰ ਨੂੰ ਪਿਛਲੇ ਕਾਰਜਕਾਲ ਦੇ ਦੌਰਾਨ 5000 ਲਾਈਨਮੈਨਾਂ ਦੀਆਂ ਜਿਹੜੀਆਂ ਅਸਾਮੀਆਂ ਜਿਹੜਾ ਉਹ ਕੱਢਣ ਲਈ ਜਿਹੜਾ ਵੀ ਮਜਬੂਰ ਹੋਣਾ ਪਿਆ। ਪਰ ਉਸ ਨੂੰ ਵੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਵੀ ਉਹਨੂੰ ਜਿਹੜਾ ਵੀ ਲਮਕਾਇਆ ਜਾ ਰਿਹਾ ਔਰ ਉਲਝਾਇਆ ਜਾ ਰਿਹਾ ਜੀ। ਤੇ ਜਦ ਵੀ ਅਸੀਂ ਸਰਕਾਰ ਤੱਕ ਆਪਣੀ ਜਿਹੜੀ ਗੱਲ ਹੈ ਜਿਹੜੀ ਉਹ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਪਹਿਲੀ ਗੱਲ ਤਾਂ ਜਿਹੜਾ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਤੇ ਫਿਰ ਜਦੋਂ ਅਸੀਂ ਆਪਦਾ ਰੋਸ ਆ ਜਿਹੜਾ ਉਹ ਇਹਨਾਂ ਤੱਕ ਜਿਹੜਾ ਵੀ ਉਹ ਮਤਲਬ ਕਿ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਅਸੀਂ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਵੀ ਸਾਨੂੰ ਜਿਹੜਾ ਵੀ ਉਹ ਮਤਲਬ ਕਿ ਵੱਖ-ਵੱਖ ਧਾਰਾਵਾਂ ਲਾ ਕੇ ਜਿਹੜਾ ਵੀ ਉਹ ਸਾਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਤੇ ਸਾਨੂੰ ਡਾਂਗਾਂ ਮਾਰੀਆਂ ਜਾਂਦੀਆਂ ਨੇ, ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਦੇਖੋ, ਤੁਸੀਂ ਦੇਖ ਹੀ ਰਹੇ ਹੋ ਆਪ ਵੀ ਕਲਿੱਪ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਵੀ ਬਾਲਾਂ ਤੋਂ ਪਕੜ ਕੇ ਮੁਲਾਜ਼ਮਾਂ ਵੱਲੋਂ ਜਿਹੜਾ ਵੀ ਔਰ ਉਹਨਾਂ ਦੇ ਵਰਕਰਾਂ ਵੱਲੋਂ ਜਿਹੜੀ ਕੁੱਟਮਾਰ ਬਹੁਤ ਬੁਰੀ ਤਰ੍ਹਾਂ ਕੀਤੀ ਜਾਂਦੀ ਹੈ। ਇਹੀ ਵੀ ਥਾਣੇ ਦੇ ਵਿੱਚ ਜਿਹੜਾ ਵੀ ਲਿਜਾ ਕੇ ਵੀ ਉੱਥੇ ਵੀ ਕਮਰਿਆਂ ਦੇ ਵਿੱਚ ਬੰਦ ਕਰਕੇ ਬਹੁਤ ਬੁਰੀ ਤਰ੍ਹਾਂ ਜਿਹੜਾ ਵੀ ਕੁੱਟਮਾਰ ਕੀਤੀ ਜਾਂਦੀ ਹੈ, ਜਿਹੜੀ ਕਿ ਹੁਣ ਆਪਾਂ ਦੇਖੀ ਆ 2 ਦਿਨ ਪਹਿਲਾਂ ਜਿਹੜਾ ਵੀ ਹੋਇਆ। ਸੋ ਉੱਥੋਂ ਜਿਹੜੇ 72 ਸਾਥੀ ਨੇ ਜਿਹੜੇ ਵੀ ਉਹ ਅੱਜ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਵੱਖ-ਵੱਖ ਧਾਰਾਵਾਂ ਲਾ ਕੇ ਜਿਹੜਾ ਉਹਨਾਂ ਨੂੰ ਬੰਦ ਕਰ ਦਿੱਤਾ। ਉਹਨਾਂ ਦਾ ਕੋਈ ਜੁਰਮ ਨਹੀਂ ਸੀ, ਉਹਨਾਂ ਦਾ ਇਹੀ ਸੀ ਕਿ ਜੁਰਮ ਆ ਕੇ ਵੀ ਉਹ ਆਪਦੇ ਰੁਜ਼ਗਾਰ ਦੀ ਮੰਗ ਕਰ ਰਹੇ ਨੇ, ਆਪਦੇ ਹੱਕ ਦੀ ਮੰਗ ਕਰ ਰਹੇ ਨੇ। ਸੋ ਝੂਠੇ ਮੁਕੱਦਮੇ ਪਾ ਕੇ ਜਿਹੜਾ ਉਹਨਾਂ ਨੂੰ ਜੇਲ੍ਹ 'ਚ ਜਿਹੜਾ ਵੀ ਉਹ ਬੰਦ ਕਰ ਦਿੱਤਾ। ਸੋ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਵੀ ਇਸ ਤਰ੍ਹਾਂ ਜਿਹੜੀ ਧੱਕੇਸ਼ਾਹੀ ਹੈ ਜਿਹੜੀ ਉਹ ਬੰਦ ਕਰੇ ਔਰ ਬੇਰੁਜ਼ਗਾਰਾਂ ਨੂੰ ਡਾਂਗਾ ਜੇਲ੍ਹਾਂ ਦੀ ਥਾਂ ਤੇ ਉਹਨਾਂ ਦਾ ਰੁਜ਼ਗਾਰ ਦੇ ਕੇ ਉਹਨਾਂ ਨੂੰ ਵਧੀਆ ਭਵਿੱਖ ਜਿਹੜਾ ਵੀ ਵਿੱਚ ਬਣਾਉਣ ਵਿੱਚ ਸਹਿਯੋਗ ਦੇਵੇ। ਬਾਦਲ ਸਾਹਿਬ ਨੇ ਵੀਰ ਜੀ ਹੁਣੇ ਹੀ ਕਿਹਾ ਕਿ ਪਰਸੋਂ ਮੀਟਿੰਗ ਹੋਈ ਹੈ ਤੁਹਾਡੀ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਉਹ ਮੀਟਿੰਗ ਦੇ ਬਾਰੇ ਕੋਈ ਦੱਸੋ ਕਿ ਵਾਕਈ ਹੋਈ ਆ ਕਿ ਜਾਂ ਸਿਆਸਤੀ ਦਾ ਪੇਚ ਹੈ ਕੋਈ, ਜਾਂ ਕੀ ਗੱਲ ਹੈ? ਮੀਟਿੰਗ ਹੋਈ ਹੈ ਤੁਹਾਡੀ ਉਹਨਾਂ ਨਾਲ ਪਰਸੋਂ? ਹਾਂਜੀ, ਮੀਟਿੰਗ ਜ਼ਰੂਰ ਹੋਈ ਹੈ ਜੀ, ਮੀਟਿੰਗ ਜ਼ਰੂਰ ਹੋਈ ਆ। ਪਰ ਮੀਟਿੰਗ ਦੇ ਵਿੱਚ ਵੀ ਬਸ ਇੱਕ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਵੀ ਮਿੱਠੀਆਂ ਗੋਲੀਆਂ ਵੀ ਅਸੀਂ ਆਹ ਕਰ ਰਹੇ ਹਾਂ, ਕੱਲ ਕਰ ਰਹੇ ਹਾਂ, ਪਰਸੋਂ ਕਰ ਰਹੇ ਹਾਂ, ਉਹ ਇਹ ਪਿਛਲੇ ਤਕਰੀਬਨ 6-7 ਸਾਲਾਂ ਤੋਂ ਹੀ ਹੁੰਦਾ ਰਿਹਾ। ਹਰ ਵਾਰੀ ਮੀਟਿੰਗ ਲਈ ਜਿਹੜਾ ਵੀ ਉਹ ਸੱਦਿਆ ਜਾਂਦਾ ਪਰ ਉੱਥੋਂ ਫੇਰ ਲਾਰੇ ਲਾ ਕੇ ਜਿਹੜਾ ਵੀ ਮਤਲਬ ਕਿ ਵੀ ਅੱਗੇ ਜਿਹੜਾ ਵੀ ਟਾਈਮ ਟਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹੀ ਮਤਲਬ ਕਿ ਵੀ ਹੁਣ ਵੇਖਿਆ ਜਾ ਕੇ ਵੀ ਉਹ ਅਸੀਂ ਕਰ ਰਹੇ ਹਾਂਗੇ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹਮੇਸ਼ਾ ਉਸਨੂੰ ਲਮਕਾਇਆ ਜਾਂਦਾ ਹੈ, ਕੋਈ ਠੋਸ ਗੱਲਬਾਤ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਕੱਢਣ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਹੈ। ਕਿੰਨੇ ਸਾਲਾਂ ਤੋਂ ਆਪ ਜੀ ਦਾ ਕੇਸ ਚੱਲ ਰਿਹਾ ਹੈਗਾ? ਜਿਹੜਾ ਕੋਰਟ ਕੇਸ ਹੈ ਜੀ? ਨਹੀਂ, ਕੋਰਟ ਕੇਸ ਨਹੀਂ, ਜਿਹੜੀ ਤੁਹਾਨੂੰ ਜੌਬ ਨੂੰ ਜਿਹੜਾ ਲਾਰਾ ਤੁਸੀਂ ਕਹਿੰਦੇ ਲਾਇਆ ਹੋਇਆ ਗਵਰਨਮੈਂਟ ਨੇ, ਇਹ ਕਿੰਨੀ ਦੇਰ ਤੋਂ ਰੇੜਕਾ ਕਿੰਨੀ ਦੇਰ ਤੋਂ ਚੱਲ ਰਿਹਾ? ਇਹ ਜਿਹੜੀ ਲਾਸਟ ਜਿਹੜੀ ਭਰਤੀ ਹੋਈ ਸੀ ਜੀ ਉਹ 1997 ਵਿੱਚ ਹੋਈ ਸੀ ਜੀ। ਉਹ ਤੋਂ ਬਾਅਦ ਕੋਈ ਭਰਤੀ ਨਹੀਂ ਕੀਤੀ ਲਾਈਨਮੈਨ? ਹਾਂਜੀ, ਉਸ ਤੋਂ ਬਾਅਦ ਕੋਈ ਭਰਤੀ ਨਹੀਂ ਕੀਤੀ ਗਈ। ਲਗਾਤਾਰ ਜਿਹੜੇ ਕੋਰਸ ਕਰਵਾ ਕੇ ਜਿਹੜਾ ਵੀ ਉਹਨਾਂ ਨੂੰ ਸੜਕਾਂ ਉੱਪਰ ਰੋਲਣ ਲਈ ਜਿਹੜਾ ਵੀ ਉਹ ਛੱਡਿਆ ਜਾ। ਹਾਲਾਂਕਿ ਸਮੇਂ-ਸਮੇਂ ਅਸੀਂ ਚਾਹੇ ਕਾਂਗਰਸ ਸਰਕਾਰ ਹੋਵੇ ਜਾਂ ਅਕਾਲੀ ਸਰਕਾਰ ਹੋਵੇ ਜੀ ਉਹਨਾਂ ਅੱਗੇ ਅਪੀਲਾਂ ਕਰਦੇ ਰਹੇ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਸੋ ਅਖੀਰ ਸਾਨੂੰ ਜਿਹੜਾ ਵੀ ਸੰਘਰਸ਼ ਦਾ ਰਾਹ ਜਿਹੜਾ ਉਹ ਫੜਨਾ ਪਿਆ ਔਰ ਸੰਘਰਸ਼ ਦੇ ਨਾਲ ਹੀ
पिछले समय ਅਸੀਂ ਕਾਫੀ ਮਤਲਬ ਸਾਥੀ ਸਾਡੇ ਜੇਲ੍ਹਾਂ 'ਚ ਗਏ, ਸਾਡੇ ਮਾਤਾ ਪਿਤਾ ਨੇ ਵੀ ਮਰਨ ਵਰਤ ਰੱਖੇ ਤੇ ਉਹਨਾਂ ਦੇ ਮਤਲਬ ਕਿ ਪ੍ਰੈਸ਼ਰ ਹੇਠ ਵੋਟਾਂ ਨੇੜੇ ਸੀਗੀਆਂ, ਉਹਨਾਂ ਦੇ ਦਬਾਅ ਹੇਠ ਜਿਹੜਾ ਵੀ ਉਹ 5000 ਇਹਨਾਂ ਨੂੰ ਮਜਬੂਰਨ ਜਿਹੜੀਆਂ ਪੋਸਟਾਂ ਕੱਢਣੀਆਂ ਪਈਆਂ, ਪਰ ਉਹ ਵੀ ਇੱਕ ਸਾਜ਼ਿਸ਼ ਦੇ ਤਹਿਤ ਉਹਨੂੰ ਲਮਕਾਇਆ ਜਾ ਰਿਹਾ, ਉਹਨੂੰ ਠੰਡੇ ਵਰਤੇ ਵਿੱਚ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਕਿਉਂਕਿ ਬਾਦਲ ਸਾਹਿਬ ਨੇ ਇਹ ਗੱਲ ਕਹੀ ਆ ਕਿ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਇੱਕ ਬਹੁਤ ਹੀ ਸੀਨੀਅਰ ਵਕੀਲ ਜਿਹੜਾ ਤੁਹਾਡਾ ਕੇਸ ਲੜਨ ਵਾਸਤੇ ਕੀਤਾ ਹੋਇਆ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ? ਇਹਦੇ ਵਿੱਚ ਵੀ ਸਾਨੂੰ ਜਿਹੜੀ ਉਹ ਇੱਕ ਸਾਜ਼ਿਸ਼ ਲੱਗਦੀ, ਜਿਸ ਤਰ੍ਹਾਂ ਤੁਸੀਂ ਦੇਖੋਗੇ ਕੋਈ ਵੀ ਭਰਤੀ ਆ ਉਹ ਜਿਹੜੇ ਕੈਂਡੀਡੇਟ ਨੇ ਉਹ ਤਾਂ ਮਤਲਬ ਕਿ ਵੀ ਕੋਈ ਕੇਸ ਲਾ ਸਕਦੇ ਨੇ ਵੀ ਮੈਨੂੰ ਇੱਥੇ ਅਣਗੌਲਿਆ ਕੀਤਾ ਗਿਆ ਜਾਂ ਉਹ ਕਰਿਆ ਗਿਆ। ਇੱਕ ਤੀਜੀ ਥਰਡ ਪਰਸਨ, ਤੀਜਾ ਬੰਦਾ ਜਿਹਦਾ ਕੋਈ ਇਸ ਭਰਤੀ ਦੇ ਨਾਲ ਲਾਗਾ ਦੇਗਾ ਹੀ ਨਹੀਂ, ਮਤਲਬ ਕਿ ਉਹਦੇ ਵੱਲੋਂ ਇਹ ਕੇਸ ਆ ਜਿਹੜਾ ਲਗਵਾਇਆ ਗਿਆ। ਜਦ ਕਿ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਲਾਈਨਮੈਨਾਂ ਦੀ ਭਰਤੀ ਹੈ ਇਹ ਠੇਕੇ ਦੇ ਆਧਾਰ ਤੇ ਜਿਹੜੀ ਉਹ ਕੀਤੀ ਜਾ ਰਹੀ ਹੈ 10,000 ਰੁਪਏ ਮਹੀਨਾ ਤਨਖਾਹ ਤੇ। ਕਿ ਉਸ ਤੋਂ ਬਾਅਦ ਮਤਲਬ 2 ਵਾਰੀ ਜਿਹੜੀਆਂ ਰੈਗੂਲਰ ਪੱਕੀਆਂ ਭਰਤੀਆਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਉਹਨਾਂ ਉੱਤੇ ਕੋਈ ਕੇਸ ਨਹੀਂ ਲੱਗਿਆ। ਉਹ ਜਿਹੜੇ ਆਫੀਸਰ ਲਾਈਨ ਦੇ ਐਸਡੀਓ ਜੇਈ ਵਗੈਰਾ ਰੱਖੇ ਗਏ ਨੇ, ਜਿਹੜੇ ਇਹਨਾਂ ਦੇ ਮਤਲਬ ਕਿ ਵੀ ਅੱਗੇ ਜੋ ਇਹਨਾਂ ਨੂੰ ਖਰਚਾ ਪਾਣੀ ਦੇ ਦੇਣਾ, ਠੀਕ ਹੈ ਨਾ। ਸੋ ਇਸ ਭਰਤੀ ਦੇ ਵਿੱਚ ਇਹਨਾਂ ਨੂੰ ਕੁਛ ਬਣਨ ਵਾਲਾ ਨਹੀਂ ਹੈਗਾ, ਸੋ ਇਸ ਕਰਕੇ ਇਹਨੂੰ ਮਤਲਬ ਕਿ ਲਗਾਤਾਰ ਇਸ ਨੂੰ ਲਮਕਾਇਆ ਜਾ ਰਿਹਾ। ਠੀਕ ਹੈ ਜੀ। ਤੇ ਕੱਲ ਬਾਰੇ ਜੋ ਕੁਝ ਹੋਇਆ ਇਹਦੇ ਬਾਰੇ, ਕਿਉਂਕਿ ਕਲਿੱਪ ਦੇ ਵਿੱਚ 3 ਮਿੰਟ ਦੇ ਵਿੱਚ ਸਾਰਾ ਕੁਝ ਨਹੀਂ ਦਿਖਾਇਆ ਜਾ ਸਕਦਾ, ਕੋਈ ਜੇ ਮੈਂ ਤੁਹਾਨੂੰ ਇਹ ਗੱਲ ਪੁੱਛਾਂ ਪਈ ਤੁਹਾਡੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਕੋਈ ਵਧੀਕੀ ਕੀਤੀ ਗਈ ਹੋਵੇ ਜਾਂ ਕੋਈ ਵਾਧੂ ਗੱਲ ਕਹੀ ਹੋਵੇ, ਕੋਈ ਜ਼ਿਆਦਾ ਭੜਕਾਊ ਨਾਅਰੇ ਮਾਰੇ ਗਏ ਹੋਣ ਜਾਂ ਕਿਸੇ ਤੇ ਹੱਥ ਚੁੱਕਿਆ ਹੋਵੇ, ਕੋਈ ਇਦਾਂ ਦੀ ਘਟਨਾ ਤਾਂ ਨਹੀਂ ਹੋਈ? ਨਹੀਂ ਬਿਲਕੁਲ ਜੀ, ਕਦੇ ਵੀ ਨਹੀਂ। ਅਸੀਂ ਹਮੇਸ਼ਾ ਮਤਲਬ ਕਿ ਅਸੀਂ ਪੜ੍ਹੇ ਲਿਖੇ ਨੌਜਵਾਨ, ਅਸੀਂ ਸਾਡਾ ਮਕਸਦ ਸਿਰਫ ਰੁਜ਼ਗਾਰ ਲੈਣਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਵੀ ਕਦੇ ਕਾਂਗਰਸੀ ਨੇ ਜੀ, ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਉਦੋਂ ਸਾਨੂੰ ਅਕਾਲੀ ਕਿਹਾ ਜਾਂਦਾ, ਜਦੋਂ ਅਕਾਲੀ ਸਰਕਾਰ ਉਦੋਂ ਸਾਨੂੰ ਕਾਂਗਰਸੀ ਕਿਹਾ ਜਾਂਦਾ ਗਾ। ਅਸੀਂ ਤਾਂ ਬੇਰੁਜ਼ਗਾਰਾਂ ਦੀ ਤਾਂ ਰੁਜ਼ਗਾਰ ਦੀ ਮੰਗ ਕਰਦੇ ਹਾਂ ਤੇ ਉਲਟਾ ਸਗੋਂ ਝੂਠੇ ਪਰਚੇ ਪਾ ਕੇ ਸਾਨੂੰ ਉੱਥੇ ਜੇਲ੍ਹ 'ਚ ਡੱਕਿਆ ਜਾਂਦਾ। ਕਿਸੇ ਵੱਲੋਂ ਕੋਈ ਤੁਸੀਂ ਦੇਖ ਹੀ ਰਹੇ ਹੋ ਫੋਟੋਆਂ ਦੇ ਵਿੱਚ ਨਿਹੱਤੇ ਨੇ, ਸਿਰਫ ਨਾਅਰੇ ਜਿਹੜੇ ਹੁੰਦੇ ਨੇ ਸਰਕਾਰ ਦੇ ਜਿਹੜੇ ਰੋਸ ਵਜੋਂ, ਤੇ ਸਗੋਂ ਥਾਣੇ 'ਚ ਲਿਜਾ ਕੇ ਸਗੋਂ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਗਈ। ਵਿਪਨ ਨਾਮਧਾਰੀ ਜੀ ਨੇਗੇ ਆਪਣੇ, ਉਹਨਾਂ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ, ਉਹਨਾਂ ਦੇ ਕਾਫੀ ਨੱਕ 'ਚੋਂ ਵੀ ਜਿਹੜਾ ਖੂਨ ਵਗਣ ਲੱਗਿਆ ਤੇ ਉਹਨਾਂ ਦੀ ਹਾਲਤ ਕਈਆਂ ਦੀ ਇਸ ਤਰ੍ਹਾਂ ਦੀ ਹੋਈ ਸੀ, ਉਹਨਾਂ ਨੂੰ ਮਤਲਬ ਕਿ ਵੀ ਗੱਡੀਆਂ ਦੇ ਵਿੱਚ ਚੁੱਕ ਕੇ ਉਹਨਾਂ ਨੂੰ ਜਿਹੜਾ ਵੀ ਉਹ ਪਾਇਆ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਗਈ। ਠੀਕ ਭਾਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਿੱਖ ਚੈਨਲ ਜਿੱਥੇ ਵੀ ਕਿਸੇ ਨਾਲ ਭਾਜੀ ਕੋਈ ਅਨਿਆਂ ਹੁੰਦਾ, ਜਿੱਥੇ ਵੀ ਬੇਇਨਸਾਫੀ ਹੁੰਦੀ ਆ, ਸਿੱਖ ਚੈਨਲ ਦਾ ਇਹ ਮੁੱਢਲਾ ਫਰਜ਼ ਸਾਡਾ ਬਣਦਾ ਕਿ ਅਸੀਂ ਉਸ ਦੇ ਨਾਲ ਖੜੀਏ। ਅਸੀਂ ਹਰੇਕ ਮਸਲੇ ਦੇ ਉੱਤੇ ਜਿੱਥੇ ਵੀ ਕਿਸੇ ਨਾਲ ਕੋਈ ਵਧੀਕੀ ਹੁੰਦੀ ਆ, ਸਿੱਖ ਚੈਨਲ ਦਾ ਇਹ ਰੋਲ ਹੈ ਕਿ ਉਸ ਵਧੀਕੀ ਨੂੰ ਸਾਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਿਆ ਜਾਵੇ। ਸੋ ਸਿੱਖ ਚੈਨਲ ਦੇ ਜਿੰਨੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ, ਇੱਥੋਂ ਦੀ ਮੈਨੇਜਮੈਂਟ ਵੱਲੋਂ, ਮੇਰੇ ਨਾਲ ਜਿਹੜੇ ਮੇਰੇ ਵੀਰ ਇਸ ਵੇਲੇ ਬੈਠੇ ਨੇ ਸਟੂਡੀਓ ਦੇ ਵਿੱਚ, ਇਹਨਾਂ ਵੱਲੋਂ, ਦਾਸ ਵੱਲੋਂ ਸਾਨੂੰ ਪੂਰੀ ਹਮਦਰਦੀ ਆਪ ਜੀ ਦੇ ਨਾਲ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਦੋਂ ਕੋਈ ਵਿਅਕਤੀ ਬੇਰੁਜ਼ਗਾਰ ਹੁੰਦਾ ਉਸ ਦੇ ਦਿਲ ਤੇ ਕੀ ਬੀਤਦੀ ਆ, ਕਿੰਨਾ ਚਿਰ ਪੜ੍ਹਾਈਆਂ ਕਰਕੇ ਸਾਰਾ ਕੁਝ ਕਰਕੇ ਜਦੋਂ ਉਹਨੂੰ ਕਈ ਸਾਲ ਨੌਕਰੀ ਨਹੀਂ ਮਿਲਦੀ ਤੇ ਬੜਾ ਮੁਸ਼ਕਲ ਹੋ ਜਾਂਦਾ। ਕਿਉਂਕਿ ਅਸੀਂ ਜਿਹਨਾਂ ਮੁਲਕਾਂ ਵਿੱਚ ਬੈਠੇ ਹਾਂ ਇੱਥੇ ਫੇਰ ਵੀ ਜਿਹੜੀ ਪ੍ਰੋਟੈਕਸ਼ਨ ਹੈ ਤੁਹਾਨੂੰ ਮਿਲਦੀ ਹੈ। ਜੇ ਕੋਈ ਬੇਰੁਜ਼ਗਾਰ ਵੀ ਹੈ ਤੇ ਉਸ ਨੂੰ ਕਮ ਸੇ ਕਮ ਰੋਟੀ ਪਾਣੀ ਦਾ ਖਰਚਾ ਜਿਹੜਾ ਰਹਿਣ ਵਾਸਤੇ ਥਾਂ ਤੇ ਰੋਟੀ ਵਾਸਤੇ ਉਹਨੂੰ ਗੁਜ਼ਾਰੇ ਜੋਗੇ ਪੈਸੇ ਮਿਲਦੇ ਨੇ। ਲੇਕਿਨ ਹਿੰਦੁਸਤਾਨ ਵਿੱਚ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਸਿਸਟਮ ਨਾ ਹੋਣ ਕਰਕੇ ਅਸੀਂ ਆਪ ਜੀ ਦੀ ਉਹ ਸਾਰੀ ਜਿਹੜੀ ਦੁੱਖ ਭਰੀ ਵਿਥਿਆ ਉਹਨੂੰ ਸਮਝਦੇ ਹਾਂ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਇਹ ਵੱਧ ਤੋਂ ਵੱਧ ਆਪਣਾ ਪ੍ਰੋਗਰਾਮ ਜਿਹੜਾ ਹੈ ਇਹ ਲੋਕਾਂ ਤੱਕ ਪਹੁੰਚਾਵਾਂਗੇ ਤੇ ਆਪ ਜੀ ਨਾਲ ਲੋਕਾਂ ਦੀ ਹਮਦਰਦੀ ਜਿਹੜੀ ਹੈ ਉਹ ਨੈਚੁਰਲੀ ਹੋਏਗੀ, ਕੁਦਰਤੀ ਹੋਏਗੀ। ਕਿਉਂਕਿ ਜਦੋਂ ਇਨਸਾਨ ਖੁਦ ਨੂੰ ਉਸ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ, ਖੁਦ ਨੂੰ ਉਹ ਜੁੱਤੀ ਪਾ ਕੇ ਅਸੀਂ ਜਦੋਂ ਦੇਖਦੇ ਤੇ ਜਦੋਂ ਚੁੱਭਦੀ ਹੈ ਤੇ ਸਾਨੂੰ ਵੀ ਉਹਦਾ ਦੁੱਖ ਲੱਗਦਾ। ਸੋ ਆਪ ਜੀ ਦੇ ਨਾਲ ਅਸੀਂ ਹਮਦਰਦੀ ਸ਼ੋਅ ਕਰਦੇ ਹਾਂ ਤੇ ਆਪ ਜੀ ਦਾ ਜੋ ਮੈਸੇਜ ਹੈ ਅਸੀਂ ਸਾਰੀ ਦੁਨੀਆ ਤੱਕ ਅੱਜ ਜਿਤਨੇ ਵੀ ਇਹ ਦਰਸ਼ਕ ਇਸ ਨੂੰ ਦੇਖ ਰਹੇ ਉਹਨਾਂ ਤੱਕ ਪਹੁੰਚ ਰਿਹਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਜੀ ਜੋ ਕਲਿੱਪ ਅਸੀਂ ਦੇਖਿਆ ਤੇ ਉਸ ਤੋਂ ਬਾਅਦ ਜੋ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਸਾਡੇ ਨਾਲ, ਉਹ ਬੜੀ ਹੀ ਦੁਖਦਾਈ ਹੈ ਕਿ ਉਹਦੇ ਵਿੱਚੋਂ ਜੋ ਕੁਝ ਹੁਣ ਤੱਕ ਅਸੀਂ ਦੇਖਿਆ ਹੈ ਕਿ ਬੜੀ ਬੇਦਰਦੀ ਨਾਲ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ
ਜੋ ਉਹ ਬੇਰੁਜ਼ਗਾਰ ਲਾਈਨਮੈਨ ਨੇ ਉਹਨਾਂ ਨੂੰ ਕਿਵੇਂ ਮਾਰਿਆ ਗਿਆ, ਕਿਵੇਂ ਕੁੱਟਿਆ ਗਿਆ, ਕਿਵੇਂ ਦਸਤਾਰਾਂ ਦੀ ਬੇਅਦਬੀ ਕੀਤੀ, ਕਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ। ਸੋ ਮੈਂ ਚੌਹਾਨ ਸਾਹਿਬ ਆਪ ਜੀ ਤੋਂ ਇਹ ਪੁੱਛਣਾ ਚਾਹੁੰਦਾ ਵੀ ਕੀ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਇਹ ਕੋਈ ਲੋੜ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਨਿਰਮਲ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤਾਂ ਸਿੱਖ ਚੈਨਲ ਦਾ ਜਿਹੜੇ ਭਗਤ ਦੇ ਮਸਲੇ ਲੈ ਕੇ ਸਿੱਖ ਚੈਨਲ ਹਮੇਸ਼ਾ ਆਉਂਦਾ ਹੈ, ਧੰਨਵਾਦ ਜੀ। ਇਹ ਬਹੁਤ ਸ਼ਲਾਘਾਯੋਗ ਕਦਮ ਹੈ, ਕਿਉਂਕਿ ਜਦੋਂ ਸਮਾਂ ਬੀਤ ਜਾਵੇ, ਬੀਤਣ ਤੋਂ ਬਾਅਦ ਚੀਜ਼ ਕੋਈ ਲਿਆਂਦੀ ਜਾਵੇ ਤਾਂ ਫਿਰ ਉਹਦਾ ਬਹੁਤਾ ਇੰਪੈਕਟ ਨਹੀਂ ਹੁੰਦਾ ਚੰਗਾ। ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਕਿ ਇਹ ਕੱਲ੍ਹ ਇਹ ਹੈਪਨ ਉੱਤੇ ਹੋਇਆ। ਅੱਜ ਉਹ ਸਾਡੇ ਸਾਹਮਣੇ ਜਾਣੀ ਅਸੀਂ ਸਾਰਿਆਂ ਨੇ ਅਖਬਾਰਾਂ 'ਚ ਵੀ ਪੜ੍ਹਿਆ ਜੀ ਔਰ ਟੈਲੀ ਤੇ ਵੀ ਦੇਖਿਆ ਹੈਗਾ। ਜਿੱਥੇ ਤੱਕ ਡੈਮੋਕ੍ਰੇਟਿਕ ਕੰਟਰੀ ਦਾ ਸਵਾਲ, ਤੁਸੀਂ ਡੈਮੋਕ੍ਰੇਸੀ ਦਾ ਸਵਾਲ ਕਰਦੇ ਹੋ, ਮੈਂ ਨਹੀਂ ਸਮਝਦਾ ਵੀ ਡੈਮੋਕ੍ਰੇਸੀ ਨਾਮ ਨਿਹਾਰ ਡੈਮੋਕ੍ਰੇਸੀ ਸਾਡੀ ਹੈਗੀ ਸੋ ਕਾਲਡ। ਮੈਂ ਇੱਕ ਵਾਰੀ ਕਿਸੇ ਸਮੇਂ ਤੇ ਮੈਨੂੰ ਕਿਤੇ ਬੜੇ ਜ਼ਿੰਮੇਵਾਰ ਬੰਦੇ ਨੂੰ ਕਹਿਣਾ ਪਿਆ ਸੀਗਾ ਤੇ ਕੀ ਉੱਥੇ ਜੈਨੂਨ ਡੈਮੋਕ੍ਰੇਸੀ ਜਾਂ ਸੋ ਕਾਲਡ ਡੈਮੋਕ੍ਰੇਸੀ, ਤੇ ਮੈਨੂੰ ਕਹਿੰਦੇ ਚੌਹਾਨ ਸਾਹਿਬ ਇਹ ਗੱਲ ਨਾ ਕਹੋ। ਮੈਂ ਕਿਹਾ ਵੀ ਮੈਂ ਇਹ ਪ੍ਰੂਵ ਕਰ ਦੂੰਗਾ ਵੀ ਮੈਂ ਕਿਉਂ ਇਹ ਗੱਲ ਕਹੀ ਹੈਗੀ ਆ। ਚਲੋ ਖੈਰ ਐਨੀ ਵੇਚ ਦੈਟ, ਉਹ ਹੋਰ ਗੱਲ ਸੀ ਕੋਈ। ਡੈਮੋਕ੍ਰੇਸੀ ਉੱਥੇ ਡੈਮੋਕ੍ਰੇਸੀ ਹੁੰਦੀ ਇਸ ਕੰਟਰੀ, ਇਹਨਾਂ ਕੰਟਰੀ ਵੈਸਟਰਨ ਵਰਲਡ ਦੇ ਵਿੱਚ ਡੈਮੋਕ੍ਰੇਸੀ ਹੈਗੀ ਆ ਜੀ, ਜਿੱਥੇ ਵੋਟ ਪਾਉਣ ਦਾ ਹਰ ਬੰਦੇ ਨੂੰ ਆਪਣਾ ਅਧਿਕਾਰ ਬਿਲਕੁਲ ਕਿਸੇ ਵੀ ਪ੍ਰੈਸ਼ਰ ਤੋਂ ਬਗੈਰ, ਕਿਸੇ ਵੀ ਇਹੋ ਜਿਹੀ ਗੱਲ ਨਹੀਂ ਵੀ ਜੇ ਉੱਥੇ ਵੱਡੀ ਹੋਵੇ ਜਾਂ ਉੱਥੇ ਪੈਸਾ ਚੱਲੇ ਜਾਂ ਕੋਈ ਉੱਥੇ ਸ਼ਰਾਬਾਂ ਚੱਲਣ। ਉੱਥੇ ਦੀ ਜਿਹੜੀ ਡੈਮੋਕ੍ਰੇਸੀ ਹੈਗੀ ਹੈ, ਜਦੋਂ ਡੈਮੋਕ੍ਰੇਸੀ ਜਿਨ ਬਣਨਾ ਹੋਵੇ, ਹੁਣ ਹੁਣੇ ਤਾਂ ਹਾਲੇ ਉੱਥੇ ਇਲੈਕਸ਼ਨ ਹੋ ਕੇ ਹਟੀ ਆ, ਇਹਨਾਂ ਵਿਚਾਰਿਆਂ ਨੇ ਸਾਰਿਆਂ ਨੇ ਵੋਟਾਂ ਪਾਈਆਂ ਜੀ। ਇਹਨਾਂ ਨੇ ਵੋਟਾਂ ਉਸ ਹਾਲਾਤਾਂ 'ਚ ਪਾਈਆਂ ਹੈਗੀਆਂ ਪਹਿਲਾਂ ਵੀ ਸ਼ਾਇਦ ਸਾਡੀ ਕੋਈ ਸੁਣੀ ਜਾਵੇ, ਲੰਬੇ ਸਮੇਂ ਤੋਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ ਵੀ ਸਾਡੀ ਵੀ ਕੋਈ ਨਾ ਸੁਣ ਲਊਗਾ। ਲੇਕਿਨ ਉੱਥੇ ਡੈਮੋਕ੍ਰੇਸੀ ਜਿਹੜੀ ਉੱਥੇ ਸਿਚੁਏਸ਼ਨ ਹੈਗੀ ਆ ਸੈਂਟਰ ਦੀ, ਅੱਜ ਤੁਹਾਡੇ ਸਾਹਮਣੇ ਜੋ ਸਿਚੁਏਸ਼ਨ ਹੈਗੀ ਆ, ਔਰ ਉਸ ਤੋਂ ਬਾਅਦ ਸਟੇਟਾਂ ਦੀ ਜੋ ਸਿਚੁਏਸ਼ਨ ਤੁਹਾਡੇ ਸਾਹਮਣੇ ਹੈਗੀ ਆ, ਲੇਕਿਨ ਸਟੇਟਾਂ ਦੀ ਤੇ ਸੈਂਟਰ ਦੀ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਜੇ ਵਾਕਈ ਉੱਥੇ ਡੈਮੋਕ੍ਰੈਟਿਕਲੀ ਕੋਈ ਗੱਲ ਜਿਹੜੀ ਆ ਉਹਨੂੰ ਟੇਕ ਅਪ ਕੀਤਾ ਜਾਵੇ ਜੀ। ਜੇ ਉੱਥੇ ਗਲਤ ਨੂੰ ਗਲਤ ਕਿਹਾ ਜਾਵੇ, ਸਹੀ ਨੂੰ ਸਹੀ ਕਿਹਾ ਜਾਵੇ, ਜਿਹੜਾ ਉੱਥੇ ਦਾ ਅੱਜ ਅਜਾਰੇਦਾਰੀ ਜਿਹੜੀ ਉੱਥੇ ਚੱਲਦੀ, ਜਾਂ ਜਿਹੜੀ ਉੱਥੇ ਦੀ ਕਰਪਸ਼ਨ, ਜਾਂ ਉੱਥੇ ਦਾ ਜਿਹੜਾ ਡਿਸਓਨੈਸਟੀ ਉੱਥੇ ਚੱਲ ਰਹੀ ਹੈਗੀ ਆ, ਜੋ ਅੱਜ ਦੇ ਸਕੈਂਡਲ ਚੱਲ ਰਹੇ, ਇਹਨਾਂ ਸਕੈਂਡਲਾਂ ਨੂੰ ਅਗਰ ਨੱਥ ਪਾ ਲਈ ਜਾਵੇ, ਚਾਹੇ ਉਹ ਪੰਜਾਬ ਹੈ, ਚਾਹੇ ਹੋਰ ਕੋਈ ਸਟੇਟ ਹੈ, ਚਾਹੇ ਸੈਂਟਰ ਆ, ਇਹਨਾਂ ਨੂੰ ਨੱਥ ਪਾ ਲਈ ਜਾਵੇ, ਉੱਥੇ ਜੋਬਾਂ ਦਾ ਅੰਤ ਕੋਈ ਨਹੀਂ ਹੈਗਾ, ਸਭ ਕੁਝ ਉੱਥੇ ਕ੍ਰੀਏਟ ਕੀਤਾ ਜਾ ਸਕਦਾ ਔਰ ਹਰ ਤਰ੍ਹਾਂ ਦੇ ਨਾਲ ਲੋਕਾਂ ਨੂੰ ਸੈਟੀਸਫਾਈ ਵੀ ਕੀਤਾ ਜਾ ਸਕਦਾ ਹੈ। ਪਰ ਸਵਾਲ ਇਹ ਉੱਠਦਾ ਹੈ, ਜਿਹੜਾ ਹੁਣ ਭੁੱਖਾ ਤਾਂ ਰੋਟੀ ਪਾਈ ਮੰਗਣੀ ਹੈਗੀ ਆ, ਔਰ ਰੋਟੀ ਮੰਗਣੀ ਹੈਗੀ ਆ ਜਾਂ ਰੋਟੀ ਮੰਗਣ ਆਉਂਦੇ, ਔਰ ਉਹਨੇ ਇਹ ਵੀ ਦੇਖਣਾ ਵੀ ਰੋਟੀ ਅਸੀਂ ਮੰਗੀਏ ਕਿੱਥੋਂ ਜਾ ਕੇ। ਰੋਟੀ ਉਹਨੇ ਮੰਗਣੀ ਵੀ, ਕਿਉਂਕਿ ਉਦਾਂ ਤਾਂ ਦਫ਼ਤਰਾਂ ਦੇ ਨੇੜੇ ਉਹਨਾਂ ਕੋਈ ਲੱਗਣ ਨਹੀਂ ਦਿੰਦਾ ਹੈਗਾ। ਉਹਨੇ ਜ਼ਰੂਰ ਇਹ ਸਮਾਂ, ਜਿਵੇਂ ਹੁਣ ਆਹ ਜੋ ਕੁਝ ਅਸੀਂ ਕਲਿੱਪ ਦੇਖਿਆ, ਮੈਂ ਅੱਜ ਜੋ ਸਪੋਕਸਮੈਨ ਦੇ ਵਿੱਚ ਵੀ ਪੜ੍ਹਿਆ ਇਹ, ਔਰ ਉਹਦੇ ਵਿੱਚ ਵੀ ਫੋਟੋ, ਹੋਰ ਵੀ ਮੈਂ ਇਹ ਆਪਣੇ ਜਗਬਾਣੀ ਦੇ ਵਿੱਚ ਵੀ ਬਕਾਇਦਾ ਵੀਡੀਓ ਮੈਂ ਦੇਖੀ, ਉਹਦੇ ਵਿੱਚ ਵੀ ਸਾਰਾ ਆਹੀ ਕੁਝ ਦਿਖਾਇਆ ਗਿਆ ਜੀ। ਉਹਦੇ ਵਿੱਚ ਜੋ ਵੀ ਹੈਗਾ, ਇਹ ਹੁਣ ਜਿਹੜੀ ਚੀਜ਼ ਬੰਦੇ ਹੁਣ ਉੱਥੇ ਜਿਹੜਾ ਸੀਐਮ ਸਾਹਿਬ ਸਾਡੇ ਉੱਤੇ ਗਏ ਹੈ, ਬਾਦਲ ਸਾਹਿਬ ਉੱਤੇ ਗਏ ਹੈਗੇ ਆ, ਹੁਣ ਅਗਲੇ ਨੇ ਮੌਕਾ ਦੇਖਿਆ ਵੀ ਉੱਥੇ ਆ ਰਿਹਾ ਵੀ ਅਸੀਂ ਉੱਥੇ, ਹੁਣ ਅਸੀਂ ਇੱਥੇ ਜਾਣੇ ਚਾਹੇ ਤੇ ਹਾਈ ਕਮਿਸ਼ਨਰ ਦਫ਼ਤਰ ਵਿੱਚ ਕੋਈ ਵੀ, ਅਸੀਂ ਨਾਅਰੇ ਮਾਰਨ ਜਾਣੇ, ਕਿੰਨੇ ਨਾਅਰੇ ਵੱਜਦੇ ਉੱਥੇ ਆ ਕੇ, ਹਾਂਜੀ ਕੀ ਕੁਛ ਇੱਥੇ ਹੁੰਦਾ, ਔਰ ਇਹਨੂੰ ਅਸੀਂ ਡੈਮੋਕ੍ਰੇਸੀ ਕਹਾਂਗੇ। ਉੱਥੇ ਆ ਕੇ ਇੰਨੇ ਨਾਅਰੇ ਵੱਜਦੇ, ਕੋਈ ਪੁਲਿਸ ਵਾਲਾ ਜਾਂ ਕੋਈ ਸਾਨੂੰ ਧੱਕਾ ਨਹੀਂ ਮਾਰਦਾ, ਕੋਈ ਕੁਝ ਨਹੀਂ ਕਹਿੰਦਾ, ਅਸੀਂ ਆਪਣੀ ਆਵਾਜ਼ ਨੂੰ ਰੇਜ਼ ਕਰਦੇ ਹਾਂ, ਕੋਈ ਸਾਨੂੰ ਕੋਈ ਸਟਾਪ ਨਹੀਂ ਕਰਦਾ ਹੈਗਾ। ਪਰ ਜੇ ਭਾਈ ਉੱਥੇ ਬੰਦੇ ਨਾਅਰੇ ਮਾਰ ਰਹੇ ਹੈਗੇ ਆ, ਤੇ ਭਾਈ ਜੇ ਤੁਹਾਨੂੰ ਡਿਸਟਰਬੈਂਸ ਹੋ ਰਹੀ ਆ ਤਾਂ ਉਹਨਾਂ ਨੂੰ ਵੀ ਤਾਂ ਡਿਸਟਰਬੈਂਸ ਹੈਗੀ ਆ। ਜਿਹੜੇ ਵਿਚਾਰੇ ਜਿਹਨਾਂ ਦੇ ਬੱਚੇ ਨਿੱਕੇ ਨਿੱਕੇ ਹੈਗੇ ਆ, ਉਹਨਾਂ ਦੀ ਐਜੂਕੇਸ਼ਨ ਦਾ ਸਵਾਲ, ਉਹਨਾਂ ਦੀ ਰੋਟੀ ਪਾਣੀ ਦਾ ਸਵਾਲ, ਉਹਨਾਂ ਦੇ ਕੱਪੜੇ ਦਾ ਸਵਾਲ, ਉਹਨਾਂ ਦੇ ਸਕੂਲਾਂ ਦੀ ਫੀਸਾਂ ਦਾ ਸਵਾਲ, ਕੀ ਕਿਹੜੀ ਉਹਨਾਂ ਦੀ ਜ਼ਰੂਰੀਅਤ ਜਿਹੜੀਆਂ ਹੈਗੀਆਂ ਉਹ ਇੰਨੀਆਂ ਉਹਨਾਂ ਦੇ ਨਾਲ ਹੈਗੀਆਂ, ਉਹ ਕਿੱਥੋਂ ਪੂਰੀਆਂ ਕਰਨ। ਅਕਸਰ ਉਹ ਵੀ ਮੌਕਾ ਦੇਖਦੇ ਆ ਵੀ ਅਸੀਂ ਕਿੱਥੇ ਜਾਈਏ। ਹੁਣ ਉੱਥੇ ਜੇ ਅਸੀਂ ਕਹੀਏ ਵੀ ਲੈ ਵੀ ਉੱਥੇ ਉਹਨਾਂ ਨੂੰ ਹਦਾਇਤ ਕਰਦੀ ਪੁਲਿਸ, ਉੱਥੇ ਹਦਾਇਤ ਤਾਂ ਪੱਕੀ ਆ, ਇਸ ਵੇਲੇ ਪੁਲਿਸ ਸਟੇਟ ਬਣ ਚੁੱਕੀ ਹੈਗੀ ਆ। ਜਿਹੜਾ ਵੀ ਬੰਦਾ ਆਪਣੇ ਹੱਕ ਮੰਗਦਾ, ਔਰ ਖਜ਼ਾਨੇ ਸਾਰੇ ਖਾਲੀ ਪਏ ਹਨ, ਕੋਈ ਭੁਲੇਖੇ ਵਾਲੀ ਗੱਲ ਨਹੀਂ, ਕਿਸੇ ਨੂੰ ਭੁਲੇਖਾ ਥੋੜੀ ਹੈਗਾ ਜੀ। ਔਰ ਉੱਥੇ ਅਨੇਕਾਂ ਵਾਰ ਪੜ੍ਹ ਚੁੱਕੇ ਆ ਵੀ ਉੱਥੇ ਜੀ ਜਿਹੜੀ ਹੈਗੀ ਆ, ਕਦੇ ਵੀ ਕੋਈ ਕਿਸੇ ਕਿਸਮ ਦੀ ਉੱਥੇ ਆਰਥਿਕ ਐਮਰਜੈਂਸੀ ਲੱਗ ਸਕਦੀ ਹੈ। ਸੋ ਇਸ ਸਥਿਤੀ ਦੇ ਵਿੱਚ ਬਜਾਏ ਇਸ ਗੱਲ ਦੇ ਪੇ ਦਾ ਕੋਈ ਹੱਲ ਲੱਭਿਆ ਜਾਵੇ ਸੱਚੇ ਢੰਗ ਨਾਲ। ਹੁਣ ਉੱਥੇ ਕਿਹੜੀ ਦਫਾ 44 ਲੱਗੀ ਹੋਈ ਸੀ, ਜਿਹਨੂੰ ਉੱਥੇ ਡਾਂਗਾ ਬਣਾਉਣ ਦੀ ਲੋੜ ਪਈ ਸੀ, ਉਹਨੇ ਦਫਾ 44 ਤੋੜੀ ਸੀ। ਉੱਥੇ ਮੁਜ਼ਾਹਰਾ ਕਰਦੇ ਆ, ਨਾਅਰੇ ਮਾਰ ਰਹੇ ਆ, ਸੁਣੀ ਜਾਓ,
ਭਾਈ ਤੁਸੀਂ ਆਪਣਾ ਇੱਥੇ ਜੋ ਪ੍ਰਸ਼ਾਦ ਵਰਤਾਉਣਾ ਤੁਸੀਂ ਵਰਤਾਈ ਜਾਓ, ਉਹ ਆਪਣੀ ਗੱਲ ਕਰਦੇ ਉਹਨੂੰ ਕਰਨ ਦਿਓ। ਲੇਕਿਨ ਗੱਲ ਇਹ ਆ ਵੀ ਹੁਣ ਉਹ ਜਿਹੜੀ ਅੱਜ ਸਾਡੀ ਪੁਲਿਸ ਦੀ ਉੱਥੇ ਸਿਚੁਏਸ਼ਨ ਹੈਗੀ ਆ, ਸਾਡੀ ਪੁਲਿਸ ਨੂੰ ਤਾਂ ਕੋਈ ਇਹੋ ਜਿਹਾ ਲੱਭਣਾ ਚਾਹੀਦਾ। ਉਹਨਾਂ ਦੇ ਡਾਂਗਾਂ ਨੂੰ ਤਾਂ ਪਹਿਲਾਂ ਥੁੱਕ ਲਾ ਕੇ ਹੱਥਾਂ ਨੂੰ ਡਾਂਗਾਂ ਫੜੀਆਂ ਹੋਣੀਆਂ, ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਅਸੀਂ ਡਾਂਗਾਂ ਨਾਲ ਕੁੱਟਣੇ ਕਿੱਦਾਂ ਹੈਗੇ ਆ। ਔਰ ਜਿਸ ਪੱਗ ਦੀ ਮੈਂ ਹੁਣ ਮੁੜ ਕੇ ਸ਼ਾਇਦ ਮੈਂ ਨਹੀਂ ਬੋਲਣਾ, ਮੈਂ ਹੁਣੇ ਕਹਿੰਦਾ ਜਿਸ ਪੱਗ ਦੀ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਜੇ ਖੂਹਾਂ ਸਿੱਟੇ ਜਾਂਦੇ ਆ ਜਾਂ ਨਹਿਰਾਂ ਸਿੱਟੇ ਜਾਂਦੇ ਜਾਂ ਉਹਦੀ ਪੱਥਰੇ ਪਾੜੇ, ਜੇ ਉਹਦੇ ਲਈ ਮਜ਼ਾਰਾ ਹੁੰਦਾ ਤਾਂ ਵੀ ਸਾਡੀਆਂ ਪੱਗ ਸਿੱਖਾਂ ਦੀਆਂ ਪੱਗਾਂ ਲਾਉਣ ਵਾਲੇ ਵੀ ਸਿੱਖੇ ਹੀ ਆ। ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਆ। ਇਸ ਕਰਕੇ ਵੈਰੀ ਸੌਰੀ, ਮੈਂ ਇਹ ਕਹੂੰਗਾ ਵੀ ਮੈਂ ਇਸ ਚੀਜ਼ ਨੂੰ ਜੋ ਵੀ ਉੱਥੇ ਹੋਇਆ ਇਹਨੂੰ ਮੈਂ ਕੰਡੈਮ ਕਰਦਾ ਹਾਂਗਾ। ਜਿਹੜੀ ਉੱਥੇ ਸੋ-ਕਾਲਡ ਡੈਮੋਕ੍ਰੇਸੀ ਹੈਗੀ ਆ, ਉਹ ਕੋਈ ਡੈਮੋਕ੍ਰੇਸੀ ਨਹੀਂ ਹੈ। ਇਹ ਇੱਕ ਸਿਰਫ ਇੱਕ ਇੰਡੀਵਿਜੂਅਲ ਜਿਹੜਾ ਬੰਦਾ ਉਹ ਆਪਣੇ ਮਸਲੇ ਆਪਣੇ ਹੱਲ ਕਰਨ ਲਈ ਉਹ ਪੁਲਿਸ ਨੂੰ ਵਰਤ ਰਿਹਾ ਹੈ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ ਚੌਹਾਨ ਸਾਹਿਬ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਜੀ? ਹਾਂਜੀ, ਦਾਸ ਕੁਮਾਰ ਸਿੰਘ ਮਠੱਡਾ ਬੋਲ ਰਿਹਾ ਜੀ, ਬਾਰਵੀਂ ਨਾਮ ਤੋਂ ਜੀ। ਹਾਂਜੀ ਮਹਾਰਾਜ ਜੀ, ਹੁਕਮ ਕਰੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਪਹਿਲਾਂ ਤਾਂ ਮੈਂ ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਇਹ ਪੰਜਾਬ ਦੇ ਅੰਦਰ ਬਹੁਤ ਦੁਖਦਾਈ ਘਟਨਾ ਵਾਪਰੀ ਆ ਔਰ ਉਹਨੂੰ ਜਿਹੜਾ ਇਹ ਸਾਰੇ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖ ਚੈਨਲ ਦੇ ਉੱਤੇ ਦਿਖਾਇਆ ਜਾ ਰਿਹਾ। ਧੰਨਵਾਦ ਜੀ। ਨੰਬਰ 2 ਦੇ ਉੱਤੇ ਦੇਖੋ, ਬਾਦਲ ਦੇ ਰਾਜ ਦੇ ਵਿੱਚ ਜੇਕਰ ਆਪਾਂ ਪਿਛਲੇ ਸਮੇਂ ਵਿੱਚ ਦੇਖੀਏ, ਥੋੜਾ ਚਿਰ ਹੋਇਆ ਕਿ ਉੱਥੇ ਮੋਹਾਲੀ ਦੇ ਵਿੱਚ ਵੀ ਉਹ ਸਿੱਖ ਨੌਜਵਾਨੀ ਜਿਹੜੀ ਦਸਤਾਰ ਲਾਈ ਗਈ ਆ। ਦੇਖੋ, ਹਰ ਇੱਕ ਕੰਟਰੀ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈਗਾ ਕਿ ਚਾਹੇ ਅਧਿਆਪਕ ਵਰਗ ਆ, ਚਾਹੇ ਉਹ ਬਿਜਲੀ ਮੁਲਾਜ਼ਮ ਹੈ, ਕਿ ਹਰ ਇੱਕ ਬੰਦੇ ਨੂੰ ਜਿਹੜਾ ਰੁਜ਼ਗਾਰ ਮੰਗਣਾ, ਜਿਹੜਾ ਉਹਨਾਂ ਨੇ ਐਡੇ ਪੈਸੇ ਲਾ ਕੇ ਕੋਰਸ ਜਿਹੜੇ ਕੀਤੇ ਆ ਜੀ। ਪਰ ਨੰਬਰ 2 ਦੇ ਉੱਤੇ ਦੇਖੋ, ਸ਼ਰੇਆਮ ਇਹ ਕਲਿੱਪ ਦੇ ਵਿੱਚ ਦੱਸਦਾ ਕਿ ਪੁਲਿਸ ਅਫਸਰਾਂ ਵੱਲੋਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਡਾਂਗਾਂ ਨਾਲ ਔਰ ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਉਤਾਰੀਆਂ ਜਾ ਰਹੀਆਂ। ਸੋ ਮੈਂ ਇਹ ਗੱਲ ਸਮਝਦਾ ਕਿ ਜੇਕਰ ਆਪਾਂ ਐਟਲੀਸਟ ਦੇਖਿਆ ਜਾਵੇ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਬਾਦਲ ਦੀ ਵਜ਼ਾਰਤ ਹੈ, ਉਹਨਾਂ ਚਿਰ ਜੇਕਰ ਆਪਾਂ ਇਹ ਆਸ ਰੱਖੀ ਕਿ ਸਾਡੇ ਉੱਤੇ ਪੱਗਾਂ ਜਿਹੜੀਆਂ ਨਹੀਂ ਰੋਲਣਗੀਆਂ ਜਾਂ ਕੇਸਾਂ ਦੀ ਬੇਅਦਬੀ ਨਹੀਂ ਹੋਊਗੀ, ਇਹ ਬਿਲਕੁਲ ਨਾਮੁਮਕਿਨ ਆ। ਔਰ ਇਸੇ ਤਰ੍ਹਾਂ ਜਿਹੜੀ ਆ ਇਹ ਪੱਗਾਂ ਜਿਹੜੀਆਂ ਰੋਂਦੀਆਂ ਰਹਿਣੀਆਂ, ਇਸੇ ਤਰ੍ਹਾਂ ਜਿਹੜੀ ਕੁੱਟ ਮੁਲਾਜ਼ਮਾਂ ਨੇ ਜਿਹੜੀ ਪੈਂਦੀ ਰਹਿਣੀਆਂ। ਸੋ ਨੰਬਰ ਦੇਖੋ, ਕੁਝ ਆਪਣੇ ਵੀਰ ਇੱਥੇ ਸਟੂਡੀਓ ਦੇ ਵਿੱਚ ਵੀ ਬੈਠੇ ਆ। ਮੈਂ ਕਹਿਣਾ ਚਾਹਾਂਗਾ ਕਿ ਮੈਂ ਨਾਂ ਨਹੀਂ ਹੁੰਦਾ ਲੈਣਾ ਚਾਹੁੰਦਾ ਕਿ ਇੱਥੇ ਪਿੱਛੇ ਜਿਹਾ ਪੰਜਾਬ ਤੋਂ ਜਿਹੜੇ ਬਾਦਲ ਕਿਆਂ ਦੇ ਜਿਹੜੇ MLA ਸਾਹਿਬ ਸੀ, ਉਹ ਵੀ ਇੱਥੇ ਆਏ ਔਰ ਉਹਨਾਂ ਨੂੰ ਜਿਹੜਾ ਇੱਥੇ ਸਰੋਪੇ ਦੇ ਕੇ ਜਿਹੜਾ ਗੁਰੂ ਘਰਾਂ ਦੇ ਵਿੱਚ ਵੀ ਜਾਂ ਉਸ ਤਰ੍ਹਾਂ ਵੀ ਇੰਡੀਵਿਜੂਅਲ ਤੌਰ ਦੇ ਉੱਤੇ ਵੀ ਉਹਨਾਂ ਦੇ ਸਰੋਪੇ ਵਾਂਗੇ ਘਰਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ। ਸੋ ਜਿੰਨਾ ਚਿਰ ਆਪਾਂ ਇਹਨਾਂ ਦਾ ਇੱਥੇ ਬਾਹਰ ਬਾਦਲ ਕਿਆਂ ਦਾ ਬਾਈਕਾਟ ਨਹੀਂ ਆਪਾਂ ਕਰਦੇ ਜਾਂ ਇਹਨਾਂ ਦਾ ਪੂਰਨ ਤੌਰ ਦੇ ਉੱਤੇ ਇਹਨਾਂ ਨੂੰ ਜਵਾਬ ਦੇ ਨਹੀਂ। ਹਾਂਜੀ ਮਠੱਡਾ ਸਾਹਿਬ, ਆਪ ਜੀ ਦੇ ਖਿਆਲ ਬਹੁਤ ਹੀ ਉੱਤਮ ਨੇ, ਪਰ ਸਾਡੇ ਪਾਸ ਕਾਲਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਆ। ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਤੋਂ ਸਹਿਮਤ ਹਾਂ ਕਿ ਉਹਨਾਂ ਬੰਦਿਆਂ ਨੂੰ ਥੋੜਾ ਜਿਹਾ ਰੀਅਲਾਈਜ਼ ਕਰਾਉਣ ਦੀ ਲੋੜ ਹੈ ਜਿਹੜੇ ਇੱਧਰ ਆਉਂਦੇ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ। ਜਿਹੜਾ ਵੀ ਬੰਦਾ ਉੱਥੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਦਾ ਹੈਗਾ, ਉਸ ਨੂੰ ਇਹ ਅਹਿਸਾਸ ਦਿਵਾਉਣ ਦੀ ਲੋੜ ਹੈ ਕਿ ਜੋ ਤੁਸੀਂ ਕਰ ਰਹੇ ਹੋ ਸਾਨੂੰ ਬਾਹਰ ਇੱਥੇ ਬੈਠੇ ਆ ਉਹ ਪ੍ਰਵਾਨ ਨਹੀਂ ਹੈ। ਸੋ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਜੀ ਤੇ ਕਿੱਥੋਂ ਬੋਲ ਰਹੇ ਜੀ? ਮੈਂ ਭਾਜੀ ਇੱਥੋਂ ਐਲਫੋਰਡ ਤੋਂ ਬੋਲਦਾ ਜੀ। ਹਾਂਜੀ, ਕੌਣ ਸਾਹਿਬ ਜੀ? ਦਿਲਬਾਗ ਸਿੰਘ ਜੀ। ਹਾਂਜੀ, ਹੁਕਮ ਕਰੋ ਜੀ। ਨਹੀਂ, ਹੁਕਮ ਨਹੀਂ ਹੈ, ਸਿਰਫ ਬਚਨ ਹੀ ਕਰਦਾ ਪਿਆ। ਬੜੇ ਚਿਰਾਂ ਤੋਂ ਨਾ, ਬਹੁਤ ਚਿਰਾਂ ਤੋਂ ਮੈਂ ਸਿੱਖ ਚੈਨਲ ਸੁਣਦਾ ਪਿਆ ਸੀ, ਦੇਖਦਾ ਵਾਂ ਜੀ। ਪਰ ਬੜਾ ਅਫਸੋਸ ਹੁੰਦਾ ਤੇ ਜਦੋਂ ਆਪਣਾ ਸਿੱਖ ਇਤਿਹਾਸ ਦਾ ਅੱਗੋਂ ਮਾੜਾ ਦੇਖੀਏ ਕਰ। ਜੀ ਜੀ, ਕੱਲ ਦੀ ਘਟਨਾ ਬਾਰੇ ਕੁਝ ਦੱਸੋ ਵੀ ਕੀ ਤੁਸੀਂ ਕਿਵੇਂ ਫੀਲ ਕਰਦੇ ਹੋ? ਮੈਨੂੰ ਤਾਂ ਫੀਲ ਏਦਾਂ ਹੈ, ਮੈਂ ਫੀਲ ਇਸ ਤਰ੍ਹਾਂ ਕਰਦਾ ਵਾ। ਦੇਖੋ ਜੀ, ਸਾਡੇ ਸਿੱਖਾਂ ਨਾਲ ਸ਼ੁਰੂ ਤੋਂ ਹੀ ਏਦਾਂ ਚੱਲਦਾ ਆ ਰਿਹਾ, ਜਿਹੜਾ ਚੰਗਾ ਕੰਮ ਕਰਦਾ ਉਹਨੂੰ ਅੰਦਰ ਟੋਕ ਛੱਡਦੇ ਨੇ। ਤੇ ਆਪਾਂ ਕੀ ਕਰੀਏ ਹੁਣ? ਕਰਨਾ ਕੀ ਹੈ ਜੀ, ਕਾਨੂੰਨ ਕੋਈ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਵੀ ਜਿਹੜੇ ਪੁਲਿਸ ਵਾਲੇ ਪਹਿਲੇ ਤੇ ਪੁਲਿਸ ਵਾਲਿਆਂ ਦੀ ਗੱਲ ਕਰਦੇ ਹਨਾ, ਤੇ ਪੁਲਿਸ ਵਾਲੇ ਸਾਡੇ ਸਿੱਖਾਂ ਨਾਲ ਬਹੁਤ ਕੁਝ ਮਾੜਾ ਕਰਦੇ। ਨਹੀਂ ਦੇਖੋ ਭਾਜੀ, ਕਾਨੂੰਨ ਬਣੇ ਹੋਏ ਨੇ, ਕਾਨੂੰਨ ਕਿਸੇ ਨੂੰ ਹੱਕ ਨਹੀਂ ਦਿੰਦਾ ਕੁੱਟਣ ਦਾ, ਲੇਕਿਨ ਕੁੱਟ ਫੇਰ ਵੀ ਪੈ ਰਹੀ ਆ। ਅੱਛਾ, ਇੱਕ ਗੱਲ ਦੱਸੋ, ਕਾਨੂੰਨ ਹੱਕ ਨਹੀਂ ਦਿੰਦਾ ਕੁੱਟਣ ਦਾ, ਜਿਹਨੂੰ ਅੰਦਰ ਵਾੜ ਕੇ ਸਿੱਖਾਂ ਨੂੰ ਕੁੱਟਦੇ ਨੇ ਉਹ ਕਾਨੂੰਨ ਏਦਾਂ ਹੀ ਸਾਨੂੰ ਪੁਲਿਸ ਵਾਲਿਆਂ ਨੂੰ ਕੁੱਟਣਾ ਚਾਹੀਦਾ, ਕਾਊਂਟਰ ਕਰਨੇ ਚਾਹੀਦੇ ਨੇ ਸਾਨੂੰ। ਜਿਸ ਤਰ੍ਹਾਂ ਇਹ ਕਰਦੇ ਉਦਾਂ ਸਾਨੂੰ ਚਾਲ ਚੱਲਣੀ ਚਾਹੀਦੀ। ਨਹੀਂ ਦੇਖੋ ਭਾਜੀ, ਇਹ ਥੋੜਾ ਜਿਹਾ ਕੰਟਰੋਵਰਸ਼ੀਅਲ ਪੁਆਇੰਟ ਹੈਗਾ ਆ। ਇਹਦੇ ਨਾਲ ਦੂਜੇ ਨੂੰ ਕਿਸੇ ਨੂੰ ਕੁੱਟਣ ਦੇ ਨਾਲ ਮਸਲਾ ਜਿਹੜਾ ਹੱਲ ਨਹੀਂ ਹੁੰਦਾ। ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਨੀ ਆ ਕਿ ਜਿਹੜਾ ਕਾਨੂੰਨ ਮੁਲਕ ਦਾ ਬਣਿਆ ਹੋਇਆ ਉਹਦੇ ਮੁਤਾਬਕ ਹੀ ਕਿਸੇ ਨੂੰ ਸਜ਼ਾ ਜਿਹੜੀ ਹੈ ਦਿੱਤੀ ਜਾਵੇ। ਜੇ ਉਸਦੀ ਗਲਤੀ ਹੈ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ, ਜੇ ਉਸਦੀ ਗਲਤੀ ਨਹੀਂ। ਹੁਣ ਇਹਨਾਂ ਮੁਲਕਾਂ ਵਿੱਚ ਦੇਖੋ, ਜਿੰਨਾ ਚਿਰ ਤੁਸੀਂ ਪ੍ਰੂਵ ਗਿਲਟੀ ਨਹੀਂ ਹੁੰਦੇ ਕੋਰਟ ਦੇ ਵਿੱਚ, ਉਹਨਾਂ ਚਿਰ ਤੁਹਾਨੂੰ ਪੁਲਿਸ ਜਿਹੜੀ ਆ ਉਹ ਸਰ ਕਹਿ ਕੇ ਬੁਲਾਉਂਦੀ ਆ।
ਹਾਲਾਂਕਿ ਬਾਅਦ ਦੇ ਵਿੱਚ ਵੀ ਜਦੋਂ ਬੰਦਾ ਜੇਲ੍ਹ ਦੇ ਵਿੱਚ ਵੀ ਹੁੰਦਾ ਆ ਤੇ ਉਸ ਦੇ ਪੂਰਨ ਜਿਹੜੇ ਅਧਿਕਾਰ ਆ ਅੰਡਰ ਦੀ ਹਿਊਮਨ ਰਾਈਟਸ ਉਹ ਪੂਰੇ ਬਰਕਰਾਰ ਰੱਖੇ ਜਾਂਦੇ ਆ। ਉਹ ਦੇਖੇ ਜਾਂਦੇ ਆ ਕਿ ਇਸ ਵਿਅਕਤੀ ਨੂੰ ਸੈੱਲ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਕੋਈ ਤਕਲੀਫ ਤਾਂ ਨਹੀਂ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੇ ਬਰਾਬਰ ਹੱਥ ਚੁੱਕਾਂਗੇ ਤੇ ਉਹਦੇ ਨਾਲ ਸਾਡਾ ਮਸਲਾ ਹੱਲ ਹੋ ਜਾਏਗਾ। ਇਹ ਕੋਈ ਮਸਲੇ ਦਾ ਭਾਜੀ ਹੱਲ ਨਹੀਂ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇਣ ਦਾ। ਅਗਲੇ ਕਾਲਰ ਜੁੜ ਚੁੱਕੇ ਨੇ। ਵਾਹਿਗੁਰੂ ਜੀ। ਬਾਕੀ ਇੱਕ ਮਿੰਟ ਹਾਂਜੀ ਆਪਣੇ ਪੰਜਾਬ ਇਹਨਾਂ ਹਾਂਜੀ ਅਗਲੇ ਕਾਲਰ ਜੁੜ ਚੁੱਕੇ ਜੀ। ਇਹ ਭਾਜੀ ਥੋੜੇ ਜਿਹੇ ਵਿਚਾਰ ਇਹਨਾਂ ਦੇ ਕੁਛ ਜ਼ਿਆਦਾ ਮੇਰਾ ਖਿਆਲ ਵੀ ਆਊਟ ਆਫ ਲਾਈਨ ਆ। ਸੋ ਠੀਕ ਆ, ਗੁੱਸਾ ਆਉਂਦਾ ਹੈ, ਗੁੱਸਾ ਸਾਰਿਆਂ ਨੂੰ ਆਉਂਦਾ ਹੈ, ਲੇਕਿਨ ਗੁੱਸੇ ਨਾਲ ਗੁੱਸਾ ਮਾਰਿਆਂ ਗੱਲ ਨਹੀਂ ਬਣਦੀ ਹੈ। ਸੋ ਆਓ ਅਸੀਂ ਅਗਲੇ ਕਾਲਰ ਨਾਲ ਜੁੜ ਕੇ ਉਹਨਾਂ ਦੇ ਵਿਚਾਰ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੌਣ ਸਾਹਿਬ ਬੋਲ ਰਿਹਾ ਜੀ? ਮੈਂ ਕਪਤਾਨ ਸਿੰਘ ਬੋਲਦਾ ਜੀ ਵੁਲਵਰਹੰਪਟਨ ਤੋਂ। ਹਾਂਜੀ ਤੇ ਮੈਂ ਭਾਈ ਸਾਹਿਬ ਜੀ ਪਹਿਲਾਂ ਤੇ ਸਿੱਖ ਚੈਨਲ ਦਾ ਧੰਨਵਾਦ ਕਰਦਾ ਵਾਂ ਵੀ ਜਿਨ੍ਹਾਂ ਨੇ ਕੱਲ ਇਹ ਜਿਹੜਾ ਮਸਲਾ ਹੋਇਆ ਉਹਨੂੰ ਸਾਰੀ ਦੁਨੀਆ ਦੇ ਸਾਹਮਣੇ ਜਿਹੜਾ ਵਾ ਉਹ ਲੈ ਕੇ ਆਂਦਾ। ਧੰਨਵਾਦ ਭਾਜੀ। ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਸਿੱਖਾਂ ਨੂੰ ਪਤਾ ਲੱਗ ਰਿਹਾ ਵੀ ਇਹ ਕੀ ਹੋ ਰਿਹਾ ਜੀ। ਤੇ ਮੈਂ ਕੱਲ ਦੇ ਮਸਲੇ ਤੇ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਰਕਾਰ ਭਾਵੇਂ ਵੇਖੋ ਅਕਾਲੀਆਂ ਦੀ ਆ ਤੇ ਭਾਵੇਂ ਕਾਂਗਰਸੀਆਂ ਦੀ ਵੀ ਆਈ ਆ, ਇਹ ਸਿੱਖਾਂ ਦੀ ਦਸਤਾਰ ਨੂੰ ਤੇ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਹੋਈ ਆ ਹਰ ਸਮੇਂ ਜੀ, ਦੋਨਾਂ ਸਮਿਆਂ ਦੇ ਵਿੱਚ ਹੀ। ਤੇ ਇਹਦੇ ਵਿੱਚ ਜਿਹੜੀਆਂ ਵੇਖੋ ਸਿੱਖਾਂ ਦੀਆਂ ਦਸਤਾਰਾਂ ਲਵਾ ਵੀ ਸਿੱਖ ਰਹੇ ਨੇ ਤੇ ਲਾ ਵੀ ਸਿੱਖ ਪੁਲਿਸ ਵਾਲੇ ਰਹੇ ਨੇ ਜੀ ਜੀ ਜੀ। ਇਹਦੇ ਵਿੱਚ ਸਾਨੂੰ ਜਿਹੜੀਆਂ ਜਿੱਦਾਂ ਵਿਦੇਸ਼ਾਂ ਦੀਆਂ ਜਾਂ ਉੱਥੇ ਕਹ ਲਓ ਸਿੱਖ ਜਥੇਬੰਦੀਆਂ ਨੇ, ਇਹਨਾਂ ਨੂੰ ਵਕੀਲਾਂ ਦਾ ਪੈਨਲ ਤਿਆਰ ਕਰਕੇ ਤੇ ਸਾਨੂੰ ਇਹਨਾਂ ਦੇ ਉੱਤੇ ਕੋਰਟ ਦੇ ਵਿੱਚ ਕੇਸ ਕਰਨਾ ਚਾਹੀਦਾ ਵੀ ਹਰ ਇੱਕ ਬੰਦੇ ਨੂੰ ਇਹ ਆਜ਼ਾਦੀ ਆ ਵੀ ਉਹ ਆਪਣਾ ਰੋਸ ਜਿਹੜਾ ਵਾ ਸਰਕਾਰ ਗਾੜੀ ਦੁਨੀਆ ਦੇ ਅੱਗੇ ਆਪਣਾ ਰੋਸ ਜ਼ਾਹਰ ਕਰ ਸਕੇ। ਬਿਲਕੁਲ ਬਿਲਕੁਲ। ਇਹ ਦੇਖੋ ਜੀ, ਹਰੇਕ ਵਿਅਕਤੀ ਦਾ ਸੰਵਿਧਾਨਕ ਹੱਕ ਜਿਹਨੂੰ ਕਹਿੰਦੇ ਆ, ਇੰਗਲਿਸ਼ ਦੇ ਵਿੱਚ ਡੈਮੋਕ੍ਰੈਟਿਕ ਹੱਕ ਕਹਿੰਦੇ ਆ, ਉਹ ਹਰੇਕ ਵਿਅਕਤੀ ਦਾ ਹਰੇਕ ਮੁਲਕ ਦੇ ਵਿੱਚ ਜਿੱਥੇ ਕਿ ਡਿਕਟੇਟਰਸ਼ਿਪ ਹੈ ਉੱਥੇ ਤਾਂ ਆਪਾਂ ਕਹਿ ਨਹੀਂ ਸਕਦੇ, ਲੇਕਿਨ ਜਿਹੜੇ ਮੁਲਕ ਚਾਹੇ ਉਹ ਸੋ ਕਾਲਡ ਡੈਮੋਕ੍ਰੈਟਿਕ ਨੇ ਚਾਹੇ ਸਹੀ ਮੈਨੇ 'ਚ ਨੇ, ਉੱਥੋਂ ਦਾ ਸੰਵਿਧਾਨ ਜਿਹੜਾ ਇਹ ਹੱਕ ਦਿੰਦਾ ਹੈ ਕਿ ਹਰੇਕ ਵਿਅਕਤੀ ਪੀਸਫੁਲ ਰਹਿ ਕੇ ਆਪਣਾ ਜਿਹੜਾ ਅਧਿਕਾਰ ਹੈ ਉਹ ਮੰਗ ਸਕਦਾ, ਡੈਮੋਨਸਟ੍ਰੇਸ਼ਨ ਕਰ ਸਕਦਾ, ਨਾਅਰੇ ਮਾਰ ਸਕਦਾ। ਬਿਲਕੁਲ ਜੀ, ਬਦਲਾ ਆਪਣਾ ਜਿਹੜਾ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕੌਣ ਸਾਹਿਬ ਬੋਲ ਰਿਹਾ ਜੀ? ਮੈਂ ਜੀ ਪ੍ਰੋਫੈਸਰ ਮਨੋਜ ਸਿੰਘ ਬੋਲਦਾ ਪਿਆ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ ਜੀ ਕੱਲ ਦੀ ਘਟਨਾ ਬਾਰੇ? ਕਹਿਣਾ ਚਾਹੁੰਦਾ, ਅੱਜ ਤੁਸੀਂ ਦਿਖਾ ਰਹੇ ਹੋ ਚੈਨਲ ਦੇ ਉੱਤੇ ਸਾਰੀਆਂ ਖਬਰਾਂ ਤੇ ਸਾਰੀਆਂ ਫੋਟੋ ਆ ਕਿਸ ਤਰ੍ਹਾਂ ਦਸਤਾਰਾਂ ਲਾਈਆਂ ਜਾਂਦੀਆਂ, ਕਿਸ ਤਰ੍ਹਾਂ ਦੀ ਉਹ ਕਰਦੇ ਆ ਜੀ। ਮਤਲਬ ਬਹੁਤ ਸ਼ਰਮ ਆਉਂਦੀ ਹੈ, ਤੁਹਾਡੇ ਤੇ ਵੀ ਸ਼ਰਮ ਆਉਂਦੀ ਹੈ। ਮਾਫ ਕਰਨਾ ਮੈਨੂੰ, ਤੁਸੀਂ ਮੈਂ ਜਜ਼ਬਾਤੀ ਟਾਈਪ ਦਾ ਬੰਦਾ ਵੀ ਆ ਤੁਸੀਂ ਦਿਖਾ ਕੇ ਕੀ ਕਰਦੇ ਹੋ? ਤੁਸੀਂ ਕੁਝ ਕਰਦੇ ਹੋ ਇਹਨਾਂ ਵਾਸਤੇ? ਕੀ ਕਰਦੇ ਹੋ ਮੈਨੂੰ ਸਮਝ ਨਹੀਂ ਲੱਗਦੀ। ਇਹਨਾਂ ਦੀ ਇੱਜ਼ਤ ਤੁਸੀਂ ਸਿੱਖਾਂ ਦੀ ਨਾ ਦੇਖੋ ਭਾਜੀ ਮੇਰੀ ਗੱਲ ਸੁਣੋ, ਬਹੁਤ ਜ਼ਿਆਦਾ ਨਾ ਜੋਸ਼ ਵਿੱਚ ਨਾ ਆਓ ਤੁਸੀਂ, ਕਿਉਂਕਿ ਜਿਹੜਾ ਸਿੱਖ ਚੈਨਲ ਆ, ਜਿਹੜਾ ਮੀਡੀਆ ਹੁੰਦਾ ਨਾ ਭਾਜੀ, ਮੀਡੀਆ ਦਾ ਕੰਮ ਹੁੰਦਾ ਕਿ ਕੋਈ ਜਿਹੜੀ ਖਬਰ ਹੈਗੀ ਆ ਲੋਕਾਂ ਤੱਕ ਪਹੁੰਚਾਉਣੀ। ਅਸੀਂ ਇਸ ਕੰਮ ਲਈ ਨਹੀਂ ਹੈ ਕਿ ਅਸੀਂ ਉੱਥੇ ਖੁਦ ਜਾ ਕੇ ਅਸੀਂ ਕੁਝ ਕਰੀਏ, ਲੋਕਾਂ ਨਾਲ ਲੜੀਏ ਜਾਂ ਕੁਝ ਕਰੀਏ, ਇਹ ਸਾਡਾ ਰੋਲ ਨਹੀਂ ਹੈ। ਅਸੀਂ ਦੇਖੋ ਕੱਲ ਇੱਕ ਮਿੰਟ ਵੀਰ ਜੀ ਮੇਰੀ ਗੱਲ ਸੁਣੋ, ਕੱਲ ਅਜੇ ਘਟਨਾ ਵਾਪਰੀ ਹੈ ਉੱਥੇ। ਅਸੀਂ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ ਇੰਟਰਨੈਟ ਤੇ ਹੀ ਇਹ ਗੱਲਾਂ ਜਾ ਰਹੀਆਂ ਨੇ, ਸਾਰੀ ਦੁਨੀਆ ਦੇ ਵਿੱਚ ਗੱਲ ਜਿਹੜੀ ਪਹੁੰਚ ਗਈ ਕਿ ਕੱਲ ਕੀ ਹੋਇਆ, ਕਿਉਂਕਿ ਸਾਰੀ ਦੁਨੀਆ ਦਾ ਜਿਹੜਾ ਐਕਸੈਸ ਹੈ ਉਹ ਅਖਬਾਰਾਂ ਤੱਕ ਨਹੀਂ ਹੈ। ਨਹੀਂ ਅਖਬਾਰਾਂ ਲੋਕ ਪੜ੍ਹ ਸਕਦੇ ਇੰਟਰਨੈਟ ਤੇ, ਜਾਂ ਦੂਜੀਆਂ ਅਖਬਾਰਾਂ ਪਤਾ ਨਹੀਂ ਉਹ ਤਾਂ 2-3 ਦਿਨ ਆਉਣ ਨੂੰ ਲੱਗ ਜਾਂਦੇ ਆ। ਕੱਲ ਘਟਨਾ ਵਾਪਰੀ ਆ ਤੇ ਅੱਜ ਅਸੀਂ ਸਾਰੀਆਂ ਸੰਗਤਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਕੱਲ ਕੀ ਹੋਇਆ। ਤੁਸੀਂ ਵੇਖੋ ਸਾਹਮਣੇ ਤੁਹਾਡੇ ਹੁੰਦਾ ਪਿਆ ਜੋ ਕੁਝ ਹੋਇਆ ਕੱਲ। ਮਿਸਾਲ ਦੇ ਤੌਰ ਤੇ ਮੇਰਾ ਕਹਿਣ ਦਾ ਭਾਵੇਂ ਹੋਇਆ ਵੀ ਅਫਸੋਸ ਹੈ ਵੀ ਤੁਸੀਂ ਇਹ ਕਿਉਂ ਇਹ ਬਾਦਲ ਸਰਕਾਰ ਦੇ ਤੁਸੀਂ ਕਿਉਂ ਚਮਚੇ ਜਾਂ ਇਹਨਾਂ ਦੀ ਕਿਉਂ ਸਪੋਰਟ ਕਰਦੇ? ਇਹਨਾਂ ਛਿੱਤਰ ਮਾਰ ਕੇ ਇਹਨਾਂ ਨੂੰ ਕੱਢੋ। ਭਾਜੀ ਇੱਕ ਮਿੰਟ ਤੁਸੀਂ ਇੰਨੇ ਜੋਸ਼ ਵਿੱਚ, ਮੈਂ ਪਹਿਲਾਂ ਤੁਹਾਨੂੰ ਦੇਖੋ ਤੁਸੀਂ ਪਹਿਲਾਂ ਕਿਹਾ ਮੈਂ ਜਜ਼ਬਾਤੀ ਆਦਮੀ। ਭਾਜੀ ਜਜ਼ਬਾਤ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਜਜ਼ਬਾਤ ਨਾਲ ਮਸਲਾ ਹੱਲ ਨਹੀਂ ਹੁੰਦਾ। ਸਾਨੂੰ ਬੈਠ ਕੇ ਸੋਚਣਾ ਪਏਗਾ ਕਿ ਅਸੀਂ ਕੀ ਕਰਨਾ। ਜੇ ਸਾਡੇ ਵਿੱਚ ਕੋਈ ਨੁਕਸ ਹੈ ਤਾਂ ਅਸੀਂ ਆਪਣਾ ਘਰ ਪਹਿਲਾਂ ਆਪ ਸਾਫ਼ ਕਰੀਏ। ਜੇ ਹੋਰ ਕਿਸੇ ਵਿੱਚ ਨੁਕਸ ਹੈ, ਇਹ ਜਥੇਬੰਦੀਆਂ ਦੇ ਕੰਮ ਨੇ। ਸਾਡੀਆਂ ਬਹੁਤ ਵੱਡੀਆਂ ਜਥੇਬੰਦੀਆਂ ਨੇ ਸਿੱਖਾਂ ਦੀਆਂ ਬਣੀਆਂ ਹੋਈਆਂ। ਇਹ ਉਹਨਾਂ ਨੇ ਬੈਠ ਕੇ ਸੋਚਣਾ ਕਿ ਜੇ ਸਾਡੀ ਦਸਤਾਰ ਦੀ ਦੁਰਦਸ਼ਾ ਹੋ ਰਹੀ ਹੈ, ਜੇ ਸਾਡੇ ਕੇਸਾਂ ਦੀ ਦੁਰਦਸ਼ਾ ਹੋ ਰਹੀ ਹੈ, ਸਾਡੇ ਪੰਜ ਕਕਾਰਾਂ ਦੀ ਦੁਰਦਸ਼ਾ ਹੈ, ਅਸੀਂ ਕੀ ਕਰਨਾ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਜ਼ਬਾਤੀ ਨਾ ਹੋਵੋ ਭਾਜੀ,
ਕੋਈ ਆਪਣੀ ਜਿਹੜੀ ਗੱਲ ਹੈਗੀ ਆ ਡੂੰਘਾਈ ਦੀ ਉਹ ਸਾਂਝੀ ਕਰੋ ਜਥੇਬੰਦੀਆਂ ਨੂੰ। ਜਥੇਬੰਦੀਆਂ ਦੇ ਟੈਲੀਫੋਨ ਤੁਹਾਨੂੰ ਆਮ ਕਦੇ ਮਿਲਦੇ ਨੇ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਦੇ, ਤੇ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੋਗੇ ਭਾਈ ਮੇਰੇ ਆ ਵਿਚਾਰ ਨੇ, ਤੁਸੀਂ ਆਹ ਕਰੋ। ਸਿੱਖ ਚੈਨਲ ਦਾ ਜਿਹੜਾ ਰੋਲ ਹੈ, ਮੈਂ ਬਾਰ-ਬਾਰ ਇਹ ਗੱਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਮੀਡੀਆ ਕੋਈ ਵੀ ਹੋਵੇ, ਮੀਡੀਆ ਦਾ ਸਿਰਫ ਇੰਨਾ ਰੋਲ ਹੈ ਕਿ ਜੋ ਕਿਤੇ ਘਟਨਾ ਵਾਪਰੀ ਆ ਉਹ ਆਪ ਜੀ ਦੇ ਸਾਹਮਣੇ ਅਸੀਂ ਜਿਵੇਂ ਵਾਪਰੀ ਆ ਉਵੇਂ ਹੀ ਤੁਹਾਡੇ ਸਾਹਮਣੇ ਆਪ ਜੀ ਰੱਖੀ ਆ। ਇਹ ਸੰਗਤਾਂ ਨੇ ਫੈਸਲਾ ਕਰਨਾ ਕਿ ਕੱਲ ਨੂੰ ਕੀ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ ਜੀ। ਹਾਂਜੀ ਹਰਭਜਨ ਸਿੰਘ ਜੀ, ਮੈਂ ਆਪ ਜੀ ਵੱਲ ਆਉਣਾ ਜੀ। ਆਪ ਜੀ ਇਹ ਦੱਸੋ ਵੀ ਜੋ ਕੁਛ ਉੱਥੇ ਹੋਇਆ ਇਹਦੀ ਲੋੜ ਸੀ? ਇਹ ਜਿਸ ਤਰੀਕੇ ਦੇ ਨਾਲ ਉਹ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਨਾਅਰੇਬਾਜ਼ੀ ਕਰ ਰਹੇ ਸਨ, ਜੋ ਅਣਮਨੁੱਖੀ ਤਸ਼ੱਦਦ ਉਹਨਾਂ ਤੇ ਕੀਤਾ ਗਿਆ ਜੀ, ਉਹ ਬਿਲਕੁਲ ਹੀ ਜਾਇਜ਼ ਨਹੀਂ ਲੱਗਦਾ। ਕਿਉਂਕਿ ਜਦ ਤੱਕ ਜਿਹੜੇ ਲੋਕ ਹਿੱਤ ਜਿਹੜੇ ਹਨ ਉਹਨਾਂ ਦਾ ਕਾਣ ਹੁੰਦਾ ਰਹੇਗਾ ਤਾਂ ਲੋਕਾਂ ਨੇ ਆਵਾਜ਼ ਉਠਾਉਣੀ ਹੈ। ਜੀ ਜੀ। ਸਰਕਾਰ ਨੂੰ ਇਹ ਕਦੀ ਵੀ ਨਹੀਂ ਪਾਉਂਦਾ ਹੁੰਦਾ ਕਿ ਜਿਹੜੇ ਵੀ ਉਹਨਾਂ ਦੀ ਆਵਾਜ਼ ਕੋਈ ਖਿਲਾਫ ਬੋਲੇ ਉਹਨੂੰ ਉਹ ਸੁਣ ਸਕਣ। ਅਗਰ ਉਹਨਾਂ ਪਾਸ ਸੁਣਨ ਦੀ ਸ਼ਕਤੀ ਹੋਏਗੀ ਉਹ ਤਦੇ ਹੀ ਹੋ ਸਕਦੀ ਹੈ ਅਗਰ ਉਹਨਾਂ ਪਾਸ ਉਸ ਮਿਆਰ ਦੀ ਥਿੰਕਿੰਗ ਹੋਵੇ, ਮੰਨ ਲਓ ਉਹਨਾਂ ਦੀ ਸਮਝਦਾਰੀ ਇਸ ਤਰੀਕੇ ਨਾਲ ਕੰਮ ਕਰਦੀ ਹੋਵੇ ਕਿ ਲੋਕ ਭਾਵਨਾਵਾਂ ਅਨੁਸਾਰ ਉਹਨਾਂ ਨੇ ਜਿਹੜੇ ਆਪਣੇ ਖਾਮੀਆਂ ਹੈਗੀਆਂ ਉਹਨਾਂ ਨੂੰ ਦੂਰ ਕਰਕੇ ਤੇ ਉਹਨਾਂ ਦਾ ਹੱਲ ਕੋਈ ਲੱਭੇ। ਹੱਲ ਤੋਂ ਲੱਭਦੇ ਨਹੀਂ। ਉੱਥੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਬੇਸ਼ੱਕ ਦੁਨੀਆ ਵਿੱਚ ਕਿਹਾ ਜਾਂਦਾ ਕਿ ਹਿੰਦੁਸਤਾਨ ਸਾਰਿਆਂ ਨਾਲੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਹੈ ਜੀ। ਡੈਮੋਕ੍ਰੇਟਰੀ ਨਹੀਂ, ਉਹ ਡੈਮੋਕ੍ਰੇਸੀ ਉੱਥੇ ਚੱਲਦੀ ਹੈਗੀ ਹੈ। ਜਿਹੜਾ ਵੀ ਬੋਲਦਾ ਡਾਂਗਾ ਨਾਲ ਉਹਦਾ ਸਿਰ ਭੰਨ ਦਿੰਦੇ ਨੇ, ਹੋਰ ਭੰਨ ਦਿੰਦੇ ਨੇ। ਐਟ ਦ ਸੇਮ ਟਾਈਮ ਇਹ ਹਰੇਕ ਪ੍ਰਾਣੀ ਦਾ ਆਪਣਾ ਜਮਾਂਦਰੂ ਹੱਕ ਹੈ ਕੋ ਆਪਣੇ ਜਿਹੜੀ ਜਾਨ ਮਾਲ ਦੀ ਰਾਖੀ ਦੀ ਜਿਹੜੀ ਸੰਭਾਲ ਆ ਉਹ ਆਪਣੀ ਗਵਰਨਮੈਂਟ ਤੋਂ ਮੰਗ ਕਰਦਾ। ਬਿਲਕੁਲ ਗਵਰਨਮੈਂਟ ਨੂੰ, ਔਰ ਇੰਡੀਆ ਦਾ ਜਿਹੜਾ ਸੰਵਿਧਾਨ ਆ ਉਹ ਉਹਦੀ ਪ੍ਰੋਟੈਕਟ ਕਰਦਾ। ਉੱਤੇ ਲਿਖਿਆ ਹੈ ਕਿ ਜਾਨ ਮਾਲ ਦੀ ਜਿਹੜੀ ਰਾਖੀ ਹੈ ਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਦੀ ਜ਼ਿੰਮੇਵਾਰੀ ਹੈ। ਹਾਂਜੀ। ਪਰ ਉੱਥੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਭੱਜ ਰਹੀ ਹੈ। ਅਗਰ ਉੱਥੇ ਲੋਕਾਂ ਦੇ ਵਿੱਚ ਸਰਕਾਰ ਨੇ ਵਿਚਰਨਾ ਹੈਗਾ ਜੀ, ਲੋਕਾਂ ਨੂੰ ਨਾਲ ਲੈ ਕੇ, ਤੇ ਜਿਹੜੀਆਂ ਉੱਥੇ ਮੁਸ਼ਕਲਾਂ ਉਹ ਸਰਕਾਰ ਦਾ ਕੰਮ ਬਣਦਾ, ਉਹਨਾਂ ਦਾ ਫਰਜ਼ ਬਣਦਾ ਮੁੱਢਲਾ ਉਹਨਾਂ ਨੂੰ ਸੁਲਝਾਉਣ। ਬੇਸ਼ੱਕ ਸਰਕਾਰਾਂ ਵਾਅਦੇ ਕਰਦੀਆਂ ਰਹਿੰਦੀਆਂ, ਊਠ ਦੇ ਬੁੱਲ ਵਾਂਗੂ, ਕਦੀ ਵਾਅਦੇ ਪੂਰੇ ਤਾਂ ਨਹੀਂ ਹੋਏ, ਨਾ ਊਠ ਦਾ ਬੁੱਲ ਡਿੱਗੇ ਤੇ ਨਾ ਉਹ ਲੂੰਬੜੀ ਨਾ ਪੂਰੇ ਹੋਣ। ਪਰ ਐਟ ਦ ਸੇਮ ਟਾਈਮ ਮੈਂ ਸਮਝਦਾ ਕਿ ਅਗਰ ਸਾਡੇ ਜਿੰਨੇ ਵੀ ਸਮਾਜ ਦੇ ਵਿੱਚ ਜਿਹੜੀਆਂ ਇੱਦਾਂ ਦੀਆਂ ਕ੍ਰਿਤੀਆਂ ਆ ਰਹੀਆਂ ਹੈਗੀਆਂ, ਜਾਂ ਪੁਲਿਸ ਦੇ ਵਿੱਚ ਜਿਹੜਾ ਉਹਨਾਂ ਦਾ ਇੰਨਾ ਹੌਸਲਾ ਵੱਧ ਗਿਆ ਹੈਗਾ, ਕੋਈ ਕਿਸੇ ਵੀ ਬੰਦੇ ਨੂੰ ਫੜ ਕੇ ਬੰਦ ਕਰ ਦਿੰਦੇ, ਜ਼ਮਾਨਤ ਵੀ ਨਹੀਂ ਕਰਦੇ ਹੈਗੇ, ਔਰ ਜਿਹੜਾ ਉਹਨਾਂ ਤੇ ਤਸ਼ੱਦਦ ਢਾਇਆ ਜਾਂਦਾ ਅਣਮਨੁੱਖੀ ਉਹ ਅਲੱਗ। ਪਰ ਉਹ ਲੋਕ ਸਫਰ ਕਰਦੇ ਨੇ ਮਾਨਸਿਕ ਤੌਰ ਦੇ ਉੱਪਰ, ਆਰਥਿਕ ਤੌਰ ਦੇ ਉੱਪਰ। ਪਹਿਲਾਂ ਹੀ ਉਹ ਵਿਚਾਰੇ ਦੱਬੇ ਪਏ ਨੇ ਲੋਕ, ਤੇ ਆਮ ਜਿਹੜਾ ਬੰਦਾ ਡਰਦਾ ਉਹਨਾਂ ਮੋਰੇ ਬੋਲਦਾ ਨਹੀਂ ਹੈਗਾ। ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਹੈ ਜੀ। ਧੰਨਵਾਦ ਬਹੁਤ ਬਹੁਤ ਆਪ ਜੀ ਦੇ ਵਿਚਾਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾਲ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਜੀ ਤੇ ਕਿੱਥੋਂ ਬੋਲ ਰਹੇ ਜੀ? ਨਿਸ਼ਾਨ ਸਿੰਘ ਬੋਲ ਜੀ, ਗ੍ਰੇਟਜੈਂਟ ਤੋਂ। ਹਾਂਜੀ, ਕਹੋ ਭਾਜੀ ਕੀ ਕਹਿਣਾ ਚਾਹੁੰਦੇ ਹੋ ਜੋ ਕੱਲ ਘਟਨਾ ਆਪ ਜੀ ਨੇ ਕਲਿੱਪ ਦੇਖਿਆ? ਹਾਂਜੀ, ਇਹ ਕਲਿੱਪ ਦੇਖੀ ਹੈ ਤੇ ਬੜੀ ਮੰਦਭਾਗੀ ਘਟਨਾ ਆ। ਹਾਂਜੀ। ਟੈਲੀਵਿਜ਼ਨ ਨਾ ਸੁਣੋ ਉਹਨਾਂ ਨੂੰ ਕਹੋਗੇ ਭਾਜੀ ਤੁਸੀਂ ਟੈਲੀਵਿਜ਼ਨ ਨਾ ਦੇਖੋ ਤੇ ਨਾ ਸੁਣੋ, ਮੇਰੇ ਨਾਲ ਟੈਲੀਫੋਨ ਰਾਹੀਂ ਗੱਲ ਕਰੋ। ਹਾਂਜੀ, ਨੈਕਸਟ ਕਾਲਰ ਜਿਹੜੇ ਆ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਇੱਕ ਵਾਰੀ ਬੇਨਤੀ ਕਰਦਾ, ਜਿਹੜੇ ਮੇਰੇ ਵੀਰ ਭੈਣਾਂ ਟੈਲੀਫੋਨ ਕਰਦੇ ਨੇ ਉਹ ਟੈਲੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਆ ਕਰਨ, ਕਿਉਂਕਿ ਜੇ ਟੈਲੀ ਨੂੰ ਸੁਣਨਗੇ ਤੇ ਉਹਦੀ ਐਕੋ ਜਿਹੜੀ ਆ ਉਹ ਆਏਗੀ ਤੇ ਫਿਰ ਸਾਡੇ ਨਾਲ ਗੱਲਬਾਤ ਨਹੀਂ ਉਹਨਾਂ ਦੀ ਹੋ ਸਕੇਗੀ। ਸੋ ਉਹਨਾਂ ਨੂੰ ਬੇਨਤੀ ਹੈ ਕਿ ਟੈਲੀਵਿਜ਼ਨ ਬਿਲਕੁਲ ਮੱਠਾ ਕਰਕੇ ਫਿਰ ਸਾਡੇ ਨਾਲ ਗੱਲ ਕਰੋ ਟੈਲੀਫੋਨ ਰਾਹੀਂ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਫਤਿਹ ਜੀ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਹਾਂਜੀ, ਮੈਂ ਗੁਰਸ਼ਰਨ ਸਿੰਘ ਬੋਲਦਾ ਮੋਹਸਲ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ ਕੱਲ ਦੀ ਘਟਨਾ ਬਾਰੇ? ਹਾਂਜੀ, ਉਹੀ ਅੱਗੇ ਮੈਂ ਬੇਨਤੀ ਕਰ ਰਿਹਾ ਸੀ, ਆਪਣੀ ਗੱਲ ਨਹੀਂ ਪੂਰੀ ਹੋਈ ਕਿ ਬਹੁਤ ਮੰਦਭਾਗੀ ਗੱਲ ਆ ਜੋ ਹੋ ਰਿਹਾ ਪੰਜਾਬ ਦੇ ਵਿੱਚ। ਅਸਲ 'ਚ ਆਪਾਂ ਨਾ ਮੁੱਦਾ ਕੋਈ ਦੇਖੋ, ਜਿਸ ਤਰ੍ਹਾਂ ਕਿ ਭਾਜੀ ਪਹਿਲਾਂ ਬੋਲ ਕੇ ਗਏ ਜਜ਼ਬਾਤੀ ਹੋਏ, ਚਲੋ ਬੜੀ ਸੋਹਣੀ ਗੱਲ, ਤੁਸੀਂ ਉਹਨਾਂ ਨੂੰ ਬੜੇ ਠੰਮੇ ਨਾਲ ਗੱਲ ਸੁਣੀ ਜੀ। ਮੀਡੀਆ ਦਾ ਰੋਲ ਆ। ਤੇ ਦੂਜਾ ਆ ਕਿ ਪੰਜਾਬ ਪੁਲਿਸ, ਇਹੀ ਤਾਂ ਸਭ ਤੋਂ ਵੱਡੀ ਇਸ ਵੇਲੇ ਆਪਾਂ ਬਾਦਲ ਨੂੰ ਜਾਂ ਉਹਨੂੰ ਇਹ ਕੁੱਟ ਜਿਹੜੀ ਆ ਅਮਰਿੰਦਰ ਸਿੰਘ ਦੇ ਵੇਲੇ ਪੈਂਦੀ ਸੀ ਜੀ। ਹਾਂਜੀ, ਇਹ ਕੁੱਟ ਬਾਦਲ ਵੇਲੇ ਪੈਂਦੀ ਆ। ਇਹ ਕੁੱਟ ਹੋਪਫੁਲੀ ਕੋਈ ਹੋਰ ਵੀ ਬੰਦਾ ਅੱਗੇ ਆ ਗਿਆ ਨਾ, ਉਹੀ ਕੰਮ ਫੇਰ ਚੱਲੀ ਜਾਣਾ। ਤੋ ਆਪ ਜੀ ਦਾ ਕੀ ਖਿਆਲ ਹੈ ਵੀ ਇਹ ਸਿਸਟਮ ਦਾ ਕਸੂਰ ਆ?
ਇਹਦੇ ਵੇਖੋ ਸਿਸਟਮ ਦਾ ਕਸੂਰ ਤਾਂ ਹੈ ਹੀ ਹੈ, ਕਿਉਂਕਿ ਸਿਸਟਮ ਦਾ ਫਰਜ਼ ਹੀ ਨਹੀਂ ਬਣਦਾ ਪਹਿਲੀ ਗੱਲ ਇਹ ਕੰਮ ਕਰਨਾ ਜੀ। ਤੇ ਦੂਜੀ ਗੱਲ ਇਹ ਸਾਡੀਆਂ ਜਥੇਬੰਦੀਆਂ ਨਾ ਜਿੰਨੀਆਂ ਵੀ ਕਹਿ ਲਓ ਵੀ ਸੰਤ ਸਮਾਜ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਰੇ ਜੀ, ਮੁੱਦਾ ਕੱਲਾ ਇੱਕ ਐਜੀਟੇਸ਼ਨ ਨੂੰ ਰੋਕਣ ਦਾ ਗਵਰਨਮੈਂਟ ਵੱਲੋਂ ਨਹੀਂ ਗਾ, ਦੀਆਂ ਪੱਗਾਂ ਲਾਉਣੀਆਂ ਇਹ ਜਾਣ ਬੁੱਝ ਕੇ ਵੇਖੋ ਮੁੰਡਾ ਤੁਰਿਆ ਜਾਂਦਾ ਪੀਲੇ ਪਰਨੇ ਵਾਲਾ, ਉਹਦੀ ਜਾਣ ਕੇ ਪੱਗ ਪਿੱਛੋਂ ਫੜ ਕੇ ਲਾਈ ਉਹਨੇ। ਇਹ ਤਾਂ ਪਿਛਲੇ ਸਾਲ ਵੀ ਹੋ ਚੁੱਕਾ ਜੀ, ਜਦੋਂ ਜਿਹੜੇ ਫਾਰਮਾਸਿਸਟ ਸੀ ਉਹ ਜਦੋਂ ਆਪਣੀ ਹੜਤਾਲ ਕਰ ਰਹੇ ਸੀ ਚੰਡੀਗੜ੍ਹ ਦੇ ਵਿੱਚ, ਉੱਥੇ ਵੀ ਇਸ ਤਰ੍ਹਾਂ ਹੀ ਜਿਹੜੀ ਦਸਤਾਰ ਹੈ ਇੱਕ ਵੱਡੇ ਸੀਨੀਅਰ ਅਫਸਰ ਦੇ ਕਹਿਣ ਤੇ ਛੋਟੇ ਥਾਣੇਦਾਰ ਨੇ ਜਿਹੜੀ ਦਸਤਾਰ ਉਹਦੀ ਲਾਈ ਸੀ। ਬਿਲਕੁਲ ਬਿਲਕੁਲ। ਸੋ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਜਿਹੜਾ ਵਿਅਕਤੀ ਕੋਈ ਕਿਸੇ ਦੇ ਹੱਥ ਨਹੀਂ ਚੁੱਕ ਰਿਹਾ, ਕੋਈ ਕਿਸੇ ਨੂੰ ਬਹੁਤਾ ਹਾਂ ਠੀਕ ਹੈ ਉਹ ਆਪਣੇ ਨਾਅਰੇ ਮਾਰ ਰਹੇ ਨੇ, ਆਪਣੇ ਹੱਕਾਂ ਦੀ ਖਾਤਰ ਮਾਰ ਰਹੇ ਨੇ। ਬਿਲਕੁਲ। ਤੇ ਸਾਡੇ ਪਾਸ ਧੰਨਵਾਦ ਭਾਜੀ ਆਪ ਜੀ ਦਾ ਬਹੁਤ ਬਹੁਤ। ਅਗਲੇ ਕਾਲਰ ਜੁੜ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਨਿਹਾਲ ਸਿੰਘ ਬੋਲਦਾ ਗ੍ਰੇਵਜੈਂਟ ਤੋਂ ਜੀ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕੱਲ ਦੀ ਜੋ ਘਟਨਾ ਹੋਈ ਆ? ਹਾਂਜੀ ਅੰਕਲ ਜੀ ਗੱਲ ਏਦਾਂ ਆ ਜੀ, ਇਹ ਹੋਈ ਜਾਣਾ ਆ, ਨਾ ਹੀ ਹਟਣਾ ਆ ਜਿੰਨਾ ਚਿਰ ਆਪਣੇ ਪੰਜਾਬੀਆਂ 'ਚ ਕੋਈ ਏਕਾ ਨਹੀਂ ਜੀ। ਹਾਂਜੀ ਹੋਈ ਜਾਣਾ ਹੈ, ਨਾ ਹੁੰਦਾ ਆਇਆ ਏਦਾਂ ਹੀ ਹੋਈ ਜਾਣਾ ਜੀ। ਜੀ ਜੀ। ਤੇ ਜਿੰਨਾ ਚਿਰ ਉਹਨਾਂ ਨੂੰ ਪੜ੍ਹਤਾ ਨਹੀਂ ਜਾਣੀ, ਜਿੰਨਾ ਚਿਰ ਕੋਈ ਚੰਗਾ ਲੀਡਰ ਨਹੀਂ ਉਹਦਾ ਏਦਾਂ ਹੀ ਜਾਈ ਜਾਣਾ ਜੀ। ਆਪ ਜੀ ਦਾ ਬਹੁਤ ਬਹੁਤ ਭਾਜੀ ਧੰਨਵਾਦ, ਕਿਉਂਕਿ ਇਹਦੇ ਤੇ ਜਿਹੜੀ ਵਿਚਾਰ ਹੈਗੀ ਆ ਉਹ ਸਾਰੀ ਕੌਮ ਨੂੰ ਰਲ ਮਿਲ ਕੇ ਕਰਨੀ ਪਏਗੀ ਕਿ ਇਹਦਾ ਹੱਲ ਕੀ ਲੱਭਿਆ ਜਾਣਾ। ਸਾਡੇ ਪਾਸ ਗੈਸਟ ਨੇ ਸਰਦਾਰ ਗੁਰਮੇਲ ਸਿੰਘ ਜੀ ਮੰਡੇਰ, ਜੋ ਕਿ ਗੁਰੂ ਨਾਨਕ ਗੁਰਦੁਆਰਾ ਸਾਊਥ ਬਰਮਿੰਘਮ ਦੇ ਸਟੇਟ ਸਕੱਤਰ ਨੇ। ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਤੇ ਇਹਨਾਂ ਤੋਂ ਸਵਾਲ ਪੁੱਛਦਾ ਕਿ ਇਹ ਜਿਹੜਾ ਘਟਨਾ ਚੱਕਰ ਚੱਲ ਰਿਹਾ, ਜਿਸ ਤਰ੍ਹਾਂ ਇੱਕ ਕਾਲਰ ਨੇ ਕਿਹਾ ਸੀ ਕਿ ਜੇ ਅਮਰਿੰਦਰ ਸਿੰਘ ਆਉਂਦਾ ਤਾਂ ਉਹਦੇ ਰਾਜ ਵਿੱਚ ਵੀ ਸਾਡੇ ਡਾਂਗਾਂ ਪੈਂਦੀਆਂ ਨੇ, ਜੇ ਅਕਾਲੀ ਦਲ ਬਾਦਲ ਆਉਂਦਾ ਤੇ ਉਦੋਂ ਵੀ ਡਾਂਗਾਂ ਪੈਂਦੀਆਂ ਨੇ। ਤੇ ਮੈਂ ਇਹ ਸਮਝਦਾ ਵੀ ਜੇ ਕੋਈ ਹੋਰ ਵੀ ਆ ਗਿਆ, ਕੱਲ ਨੂੰ ਫਰਜ਼ ਕਰ ਲਓ ਜੇ ਮਨਪ੍ਰੀਤ ਵੀ ਆ ਜਾਏ ਤੇ ਡਾਂਗਾਂ ਸ਼ਾਇਦ ਫੇਰ ਵੀ ਪੈਣਗੀਆਂ, ਕਿਉਂਕਿ ਜਿਹੜੇ ਸਿਸਟਮ ਦੀ ਅਸੀਂ ਗੱਲ ਕਰਦੇ ਹਾਂ ਇਹ ਸਿਸਟਮ ਜਿਹੜਾ ਹੈ, ਸਿਸਟਮ ਦੇ ਵਿੱਚ ਖਰਾਬੀ ਜ਼ਿਆਦਾ ਮੇਰੇ ਹਿਸਾਬ ਨਾਲ ਲੱਗਦੀ ਆ, ਕਿਉਂਕਿ ਤਾਕਤ ਦੇ ਭੁੱਖੇ ਲੋਕ ਜਿਹੜੇ ਨੇ ਆਪਣੀ ਤਾਕਤ ਦਾ ਮਿਸਯੂਜ਼ ਕਰਦੇ ਨੇ। ਸੋ ਇਹਦੇ ਬਾਰੇ ਮੰਡੇਰ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ? ਸਿਸਟਮ ਦਾ ਕਸੂਰ ਹੈ ਕਿ ਜਾਂ ਜਿਹੜੇ ਵਿਅਕਤੀ ਇਸ ਵੇਲੇ ਤਾਕਤ ਦੇ ਨਸ਼ੇ ਵਿੱਚ ਬੈਠੇ ਆ ਚੇਅਰਾਂ ਦੇ ਉੱਤੇ ਉਹਨਾਂ ਦਾ ਕਸੂਰ ਹੈ, ਕਿ ਜਾਂ ਜਿਹੜੀ ਪੁਲਿਸ ਹੈਗੀ ਆ ਉਹ ਆਪ ਇੰਨੀ ਆਪ ਮੁਹਾਰੀ ਹੋ ਗਈ ਆ ਕਿ ਉਹਨੂੰ ਕਿਸੇ ਤੋਂ ਸ਼ਾਇਦ ਆਰਡਰ ਲੈਣ ਦੀ ਵੀ ਲੋੜ ਨਹੀਂ, ਉਹ ਜੋ ਮਰਜ਼ੀ ਕਰ ਸਕਦੇ ਆ। ਤੁਹਾਡੇ ਕੀ ਵਿਚਾਰ ਇਹਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੀਰ ਜੀ ਗੱਲ ਜਿਹੜੀ ਤੁਸੀਂ ਕਰਦੇ ਦੇਖ ਕੇ ਸੁਣ ਕੇ ਬੜੀ ਸ਼ਰਮ ਦੀ ਗੱਲ ਹੁੰਦੀ ਆ। ਜਿਸ ਮੁਲਕ ਦਾ ਆਪਾਂ ਨੂੰ ਮਹਾਰਾਜ ਨੇ ਕਿਰਪਾ ਨਾਲ ਸਾਨੂੰ ਪਗੜੀ ਦਾ ਸਰੂਪ ਦਿੱਤਾ ਆ, ਉਹ ਹੀ ਸਾਡੇ ਭਰਾ ਸਾਡੀ ਪਗੜੀ ਲਾ ਰਹੇ ਆ। ਇੱਥੇ ਇੰਗਲੈਂਡ ਵਿੱਚ ਆਪਾਂ ਜਾਓ, ਕਿਤੇ ਪਾਸੇ ਜਾਵੋ, ਸਾਡੀ ਪੱਗ ਦੀ ਬੜੀ ਰਿਸਪੈਕਟ ਕਰਦੇ ਆ। ਕੈਨੇਡਾ, ਅਮਰੀਕਾ, ਯੂਰਪ ਸਾਰੇ ਪਾਸੇ ਵੀ। ਇਹ ਮੇਰੀ ਗੱਲ ਮੇਰੇ ਵੀਰ ਜੀ ਕਹਿਣ ਤੁਹਾਡੇ ਪਾਸ ਦੇਖੋ, ਬਾਦਲ ਉੱਥੇ ਬੈਠਾ ਆ, ਉਹਦੇ ਸਾਹਮਣੇ ਸਭ ਕੁਝ ਹੋ ਰਿਹਾ, ਉਹ ਅਲਾਉਡ ਕਰ ਰਿਹਾ ਵੀ ਇਹ ਸਿੰਘਾਂ ਦੀ ਪੱਗ ਕੱਢ ਕਰਾਇਆ ਕਰਕੇ ਇਹ ਡੈਮੋਕ੍ਰੇਸੀ ਹੈ ਨਹੀਂ। ਹੁਣ ਪਿੱਛੇ ਇਹ ਦੇਖੋ ਜਿਹੜੀ G6 ਹੋਈ ਸੀ ਲੰਡਨ ਡੈਮੋਨਸਟ੍ਰੇਸ਼ਨ, ਹਾਂਜੀ G20 ਉੱਥੇ ਗੋਰੇ ਨੂੰ ਧੱਕਾ ਮਾਰ ਕੇ ਗੋਰਾ ਮਰ ਗਿਆ ਸੀ ਭਾਈ ਸਾਹਿਬ ਜੀ ਜੀ। ਹੁਣ ਜਿਹੜਾ ਪੀਸ ਆਫਿਸ ਸੀਗਾ ਮੇਰੇ ਵੀਰ ਜੀ, ਇੱਥੇ ਡੈਮੋਕ੍ਰੇਸੀ ਪਤਾ ਉਹ ਗੋਰੇ ਨੂੰ ਇਸ ਮੌਕੇ ਸੇ ਡਿਸਮਿਸ ਕੀਤਾ ਗਿਆ, ਹਾਂਜੀ ਕਰ ਦਿੱਤਾ ਉਹਨੂੰ, ਨਾਲੇ ਉੱਤੇ ਇਲਜ਼ਾਮ ਲਿਆ ਵਾ ਉਹਨੂੰ ਜੌਬ ਨਹੀਂ ਮਿਲ ਸਕਦੀ ਜੀ। ਹੁਣ ਪੁਲਿਸ ਤਾਂ ਇੱਥੇ ਮੇਰੇ ਵੀਰ ਜੀ ਆ ਜੋ ਹੋ ਰਿਹਾ ਇਹ ਟੋਟਲੀ ਆਊਟ ਆਰਡਰ ਵਾ ਕਰਕੇ ਜਿਹੜੀ ਆਪਣੇ ਲੀਡਰ ਵਾ ਇਹ ਹੁਕਮ ਦੇ ਰਿਹਾ ਪੁਲਿਸ ਨੂੰ ਤੂੰ ਹੱਥ ਕਰਦੇ ਆ। ਹਿਊਮਨ ਰਾਈਟਸ ਇੱਥੇ ਬੰਦਾ ਕਿਹਦੇ ਕੋਲ ਹਿਊਮਨ ਰਾਈਟਸ ਆ? ਤੁਸੀਂ ਪੁਲਿਸ ਕੋਲ ਜਾਣਾ, ਜੇ ਮੇਰੇ ਤੇ ਕੋਈ ਮੈਂ ਇੰਡੀਆ ਜਾਣਾ ਮੈਂ ਮੈਨੂੰ ਕੋਈ ਪ੍ਰੋਬਲਮ ਮੈਨੂੰ ਹੁੰਦਾ ਜੀ, ਉੱਥੇ ਮੈਂ ਜਾਊਂ ਕਿ ਇਹਦੇ ਕੋਲ ਪੁਲਿਸ ਮੈਂ ਕੋ ਜਾਊਂ, ਉਹ ਪੁਲਿਸ ਮੈਨੂੰ ਖੁਦ ਕੁੱਟ ਰਿਹਾ, ਉਹਨਾਂ ਨੂੰ ਪ੍ਰੋਟੈਕਟ ਕਰਨਾ ਆ ਵੀ ਮੇਰਾ ਭਰਾ ਮੈਨੂੰ ਪ੍ਰੋਟੈਕਟ ਕਰਨਾ, ਇਹ ਤੇ ਕੇਸ ਨਾ ਹੋਵੇ ਜੀ ਜੀ। ਇਹ ਤੇ ਮੇਰੀ ਵੱਡੀ ਤੌਰ ਤੇ ਜਿਹੜੇ ਵੱਡੇ ਆਪਣੇ ਬੰਦੇ ਟੌਪ ਟੂ ਬਾਟਮ ਉਹਦੇ ਆ ਕਰਪਟ ਟੂ ਦ ਕੋਰ। ਹੁਣ ਦੇਖੋ ਪੁਲਿਸ ਦੀ 2 ਕੁੜੀਆਂ ਮਰ ਗਈਆਂ ਆਪਣੀਆਂ ਮੈਨਚੈਸਟਰ ਵਿੱਚ, ਹਾਂਜੀ ਹਾਂਜੀ, ਇਹ ਸਾਰੇ ਮੁਲਕ ਨੇ ਕਿੰਨਾ ਮਹਿਸੂਸ ਕੀਤਾ, ਬਿਲਕੁਲ ਕਾਤੇ ਹੋਈ ਆ। ਆ ਸਾਡੇ ਭੈਣ ਭਰਾਵਾਂ ਬੱਚਿਆਂ ਤੇ ਕੁੱਟਮਾਰ ਹੋਈ ਸ਼ਰੇਆਮ ਪੁਲਿਸ ਕਰ ਰਹੀ ਆ, ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਰਿਹਾ, ਨਾ ਉਹਨੂੰ ਕੁਛ ਕਹਿ ਰਿਹਾ ਵਾਈ ਯੂ ਡੂਇੰਗ ਦਿਸ। ਬਾਦਲ ਦੀ ਉੱਥੇ CID ਬੈਠੀ ਆ, ਬਾਦਲ ਦੀ ਪੁਲਿਸ ਬੈਠੀ ਆ, ਬਾਦਲ ਦਾ ਫਰਜ਼ ਹੈ ਕਹਿੰਦਾ ਬਈ ਜਿਹੜੀ ਗੱਲ ਕਰਨੀ ਮੈਂ ਸੁਣਨ ਨੂੰ ਤਿਆਰ ਵਾਂ, ਮੇਰੇ ਸਿਰ ਮੱਥੇ ਆ ਮੇਰਾ ਕਸੂਰ ਵਾ। ਇਹ ਜੋ ਹੋ ਰਿਹਾ ਇਹ ਗੌਰਮੈਂਟ ਕਰਾ ਰਹੀ ਹੈ ਮੇਰੇ ਵੀਰ ਜੀ। ਇਨ ਰਿਸਪੈਕਟ ਜਿਹੜੀ ਮਰਜ਼ੀ ਆ ਜਾਵੇ, ਇਹ ਹੁਣ ਦੀ ਨਾ ਆਪਣੇ ਗੱਲ ਹੋ ਰਹੀ, ਇਹ ਸਾਡੇ ਸਿੰਘਾਂ ਨਾਲ
ਬਹੁਤ ਚਿਰ ਹਾਂਜੀ ਬਹੁਤ ਦੇਰ ਦਾ ਇਹ ਸਾਰਾ ਜਿਹੜਾ ਘਟਨਾਕ੍ਰਮ ਹੈਗਾ ਇਹ ਚੱਲ ਰਿਹਾ, ਲੇਕਿਨ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਸਾਡੇ ਕੇਸਾਂ ਦੀ ਤੇ ਕਕਾਰਾਂ ਦੀ ਤੇ ਦਸਤਾਰਾਂ ਦੀ ਬੇਅਦਬੀ ਆ ਇਹ ਬਹੁਤ ਜ਼ਿਆਦਾ ਵੱਧ ਗਈ ਆ। ਅਸੀਂ ਦੇਖਦੇ ਰਹੇ ਆ ਸ਼ੁਰੂ ਦੇ ਵਿੱਚ ਜਿਹੜੇ ਮੇਰੇ ਵੀਰ ਭੈਣ ਭਾਈ 60ਵਿਆਂ 70ਵਿਆਂ ਦੇ ਵਿੱਚ ਏਜ ਦੇ ਵਿੱਚ 80ਵਿਆਂ ਦੇ ਵਿੱਚ ਹੈਗੇ ਆ, ਉਹਨਾਂ ਨੇ ਦੇਖਿਆ ਕਿ ਪੰਜਾਬੀ ਸੂਬੇ ਬਦਲੇ ਬਹੁਤ ਤਕੜੇ ਮੋਰਚੇ ਲੱਗਦੇ ਹੁੰਦੇ ਸੀ। ਚੌਹਾਨ ਸਾਹਿਬ ਜਾਣਦੇ ਹੋਣਗੇ ਉਹਦੇ ਬਾਰੇ। ਠੀਕ ਹੈ, ਉਸ ਵੇਲੇ ਬਹੁਤ ਅਨੇਕਾਂ ਸਿੰਘਾਂ ਨੂੰ ਲੱਖਾਂ ਦੀ ਤਾਦਾਦ ਵਿੱਚ ਫੜ ਕੇ ਜੇਲ੍ਹਾਂ 'ਚ ਦਿੱਤਾ ਜਾਂਦਾ ਸੀ, ਲੇਕਿਨ ਕਕਾਰਾਂ ਦੀ ਤੇ ਕੇਸਾਂ ਦੀ ਤੇ ਦਸਤਾਰਾਂ ਦੀ ਕਦੀ ਇੰਨੀ ਬੇਇੱਜ਼ਤੀ ਜਿਹੜੀ ਇੰਨੀ ਨਹੀਂ ਸੀ ਹੋਈ। ਇਹ ਇੱਕ ਨਵੀਂ ਚੀਜ਼ ਹੈ। ਇਹ ਜਿਹੜੀ ਆ ਸਾਨੂੰ ਸਾਰਿਆਂ ਨੂੰ, ਮੇਰਾ ਖਿਆਲ ਵੀ ਜਥੇਬੰਦੀਆਂ ਨੂੰ, ਸਾਰੀ ਸਿੱਖ ਕੌਮ ਨੂੰ ਸੋਚਣ ਦੀ ਲੋੜ ਹੈ ਵੀ ਇਹ ਇੰਨੀ ਬੇਅਦਬੀ ਜਿਹੜੀ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹੀ ਆ, ਮੈਂ ਹੁਣ ਵੀ ਕਹਿਣਾ ਚਾਹਾਂਗਾ ਕਿ ਕੀ ਇਹ ਸਰਕਾਰੀ ਹੁਕਮਾਂ ਦੇ ਅਨੁਸਾਰ ਹੁੰਦੀ ਹੈ ਜਾਂ ਕੀ ਪੁਲਿਸ ਜਿਹੜੀ ਹੈ ਉਹ ਆਪ ਇੰਨੀ ਆਪ ਮੁਹਾਰੀ ਹੋ ਗਈ ਹੈ ਉਹ ਕਰਦੀ ਹੈ। ਮੰਡੇਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਿਚਾਰ ਦੇਣ ਦਾ। ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਸਾਹਿਬ ਬੋਲ ਰਹੇ ਜੀ? ਭਾਈ ਸਾਹਿਬ ਜੀ ਸਪੇਨ ਤੋਂ ਬੋਲ ਰਿਹਾ ਜੀ, ਹਰਦੀਪ ਸਿੰਘ ਜੀ। ਹਾਂਜੀ ਭਾਜੀ, ਕੱਲ ਦੀ ਜੋ ਘਟਨਾ ਹੋਈ ਆ ਉਹਦੇ ਬਾਰੇ ਦੱਸੋ ਕੁਝ। ਵੀਰ ਜੀ ਗੱਲ ਇਸ ਤਰ੍ਹਾਂ ਹੈਗੀ ਆ ਵੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਿੱਖ ਚੈਨਲ ਆਪਣਾ ਰੋਲ ਬਹੁਤ ਵਧੀਆ ਨਿਭਾ ਰਿਹਾ, ਕਿਉਂਕਿ ਮੀਡੀਆ ਦਾ ਕੰਮ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ। ਬਿਲਕੁਲ ਬਿਲਕੁਲ। ਸੋ ਇਹਦੇ ਵਿੱਚ ਜੋ ਕੁਝ ਸਿੱਖ ਚੈਨਲ ਕਰ ਰਿਹਾ ਹੈ ਇਹ ਤੇ ਬਹੁਤ ਵਧੀਆ ਹੈ, ਪਰ ਇਸ ਤੋਂ ਅੱਗੇ ਗੱਲ ਇਸ ਚੀਜ਼ ਦੀ ਆ ਜਾਂਦੀ ਕਿ ਇਹ ਸਾਡੇ ਨਾਲ ਜਿਹੜਾ ਵਾ, ਜੇ ਆਪਾਂ ਕਹੀਏ ਕੱਲੀ ਪੰਜਾਬ ਪੁਲਿਸ ਆਪਣੇ ਆਪ ਤੌਰ ਤੇ ਕਰ ਰਹੀ ਹੈ, ਇਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਮਸਲਾ ਇਹ ਚੀਜ਼ ਦਾ ਹੈਗਾ ਜੀ, ਇਹ ਬੜਾ ਪਲਾਨਿੰਗ ਦੇ ਤਹਿਤ ਸਾਰਾ ਦੇ ਸਾਰਾ ਸਿਸਟਮ ਜਿਹੜਾ ਸਿੱਖ ਕੌਮ ਦੇ ਖਿਲਾਫ ਹੈ। ਬੇਸ਼ੱਕ ਉਹ ਪੁਲਿਸ ਹੋਵੇ, ਬੇਸ਼ੱਕ ਉਹ ਪੋਲੀਟੀਕਲ ਪਾਰਟੀਆਂ ਹੋਣ, ਬੇਸ਼ੱਕ ਉਹ ਜਿਹੜਾ ਵਾ ਸਾਡਾ ਜੁਡੀਸ਼ੀਅਲ ਸਿਸਟਮ ਹੋਵੇ, ਕੋਈ ਵੀ ਹੈ, ਉਹਨਾਂ ਨੇ ਇਹ ਚੀਜ਼ ਤੱਕੀ ਹੋਈ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਮਾਰਨਾ ਤੇ ਕੁੱਟਣਾ, ਇਹਨਾਂ ਦੀ ਦਸਤਾਰ ਦੀ, ਇਹਨਾਂ ਦੇ ਕੇਸਾਂ ਦੀ ਬੇਅਦਬੀ ਕਰਨੀ ਹੈ ਜੀ। ਪਰ ਦੂਸਰੇ ਪਾਸੇ ਆਪਾਂ ਇਹ ਗੱਲ ਕਹੀ ਆ ਵੀ ਜੀ ਸਾਨੂੰ ਕਰਨਾ ਕੀ ਚਾਹੀਦਾ, ਪਰ ਦਾਸ ਇਹ ਕਹਿੰਦਾ ਕਿ ਜਦੋਂ ਕਦੀ ਸਾਡੀ ਸੁਰਤ ਹੋਈ, ਵੈਸੇ ਤੇ ਜਦੋਂ ਤੋਂ ਇੰਡੀਆ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅਸੀਂ ਇਹ ਚੀਜ਼ ਦੇਖਦੇ ਆ ਰਹੇ ਹਾਂ ਜੀ ਕਿ ਸਾਨੂੰ ਹਿੰਦੁਸਤਾਨ ਦੇ ਵਿੱਚ ਜੇ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਅੱਜ ਤੱਕ ਜਿਹੜਾ ਵਾ ਉਹ ਅਸੀਂ ਜਿੱਥੇ ਜਿੱਥੇ ਵੀ ਗਏ ਆ, ਇੱਥੋਂ ਤੱਕ ਕਿ ਸਰਦਾਰ ਕਪੂਰ ਸਿੰਘ ਖੁਦ ਡੀਸੀ ਹੁੰਦੇ ਹੋਏ ਉਹਨਾਂ ਨੂੰ ਕਾਨੂੰਨ ਨੇ ਇਨਸਾਫ ਨਹੀਂ ਦਿੱਤਾ, ਤੇ ਸਾਨੂੰ ਆਮ ਆਦਮੀ ਨੂੰ ਕਿੱਥੋਂ? ਬਿਲਕੁਲ ਬਿਲਕੁਲ, ਬਹੁਤ ਵਧੀਆ ਮਿਸਾਲ ਦਿੱਤੀ ਭਾਜੀ ਆਪਨੇ। ਇਹ ਚੀਜ਼ਾਂ ਦੀ ਮੇਨ ਮਸਲਾ ਇਹ ਚੀਜ਼ ਦਾ ਹੁੰਦਾ ਵੀ ਜੇ ਸਾਨੂੰ ਉੱਥੋਂ ਦੀ ਕਿਸੇ ਵੀ ਸਿਸਟਮ ਨੇ ਸਾਨੂੰ ਜੇਕਰ ਉਸ ਚੀਜ਼ ਦੇ ਇਨਸਾਫ ਦੇਣਾ ਨਹੀਂ, ਫਿਰ ਸਾਨੂੰ ਅੱਗੇ ਕੀ ਕਰਨਾ ਚਾਹੀਦਾ? ਦੋ ਗੱਲਾਂ ਕਿ ਉਹਨਾਂ ਨੇ ਟੱਕਿਆ ਹੋਇਆ ਸਿੱਖਾਂ ਨੂੰ ਮਾਰਨਾ ਵਾ, ਹੁਣ ਸਾਨੂੰ ਸੋਚਣਾ ਪਊਗਾ ਵੀ ਅਸੀਂ ਬੁਝਦਿਲਾਂ ਵਾਂਗ ਮਰਨਾ ਵਾ ਜਾਂ ਅਸੀਂ ਇਸ ਚੀਜ਼ ਦਾ ਜਵਾਬ ਦੇ ਕੇ ਮਰਨਾ ਵਾ। ਇਹ ਸਾਨੂੰ ਸਿੱਖ ਕੌਮ ਨੂੰ ਸੋਚਣਾ ਪਏਗਾ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ ਭਾਜੀ, ਬਹੁਤ ਬਹੁਤ। ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਸਰਬਜੀਤ ਸਿੰਘ ਪਿੰਡਰ ਬੋਲ ਰਿਹਾ ਜੀ। ਹਾਂਜੀ ਭਾਜੀ, ਕੀ ਕਹਿਣਾ ਚਾਹੁੰਦੇ ਹੋ? ਜਿੱਦਾਂ ਜੀ ਤੁਸੀਂ ਗੱਲ ਕਰੀ ਹੈ ਧਰਮ ਯੁੱਧ ਮੋਰਚੇ ਹੁੰਦੇ ਰਹੇ ਨੇ, ਮੈਂ ਵੀ 7 ਦਿਨ ਜੇਲ੍ਹ ਕੱਟੀ ਹੈ ਜੀ ਇਹਦੇ ਵਿੱਚ ਪਟਿਆਲੇ। ਠੀਕ ਹੈ ਜੀ। ਤੇ ਮੈਂ ਸਿੱਖ ਚੈਨਲ ਤੇ ਆਇਆ ਸੀਗਾ ਉਦੋਂ ਤੁਹਾਡੇ ਕੋਲ। ਹਾਂਜੀ ਹਾਂਜੀ ਭਾਜੀ, ਮੈਂ ਪਛਾਣ ਲਿਆ ਤੁਹਾਨੂੰ। ਹਾਂਜੀ, ਉਹ ਮਤਲਬ ਇਹ ਜਿਹੜੇ ਮੁੰਡੇ ਨੇ ਜੀ, ਜਿਹੜੇ ਸਿਪਾਹੀ ਨੇ ਜਾਂ ਛੋਟੇ ਹੋਮਗਾਰਡ ਵਾਲੇ ਆ ਦੂਜੇ ਤੇ ਜਿਹੜੇ ਵੱਡੇ ਅਫਸਰ ਨੇ, ਉਹ ਨਹੀਂ ਕਿਸੇ ਨਾਲ ਇਸ ਤਰ੍ਹਾਂ ਧੱਕਾ ਕਰਦੇ। ਠੀਕ। ਇਹ ਜਿਹੜੇ ਜਿੱਦਾਂ ਇੱਥੇ ਲਾ ਲਓ ਫੁਕਰੇ ਮੁੰਡੇ ਹੁੰਦੇ ਨੇ, ਕਾਰ ਭਜਾ ਕੇ ਉੱਚੀ ਉੱਚੀ ਉਹਦੀਆਂ ਚੀਕਾਂ ਕਢਾ ਦੇਣਗੇ, ਇਸ ਤਰ੍ਹਾਂ ਹੀ ਉਹਨਾਂ ਦਾ ਮਤਲਬ ਵੇਖੋ ਤੁਸੀਂ ਕਦੇ ਵੀ ਤੁਸੀਂ 99% ਨੋਟ ਕਰਿਓ, ਵੱਡਾ ਅਫਸਰ ਜਿਹੜਾ ਕਦੇ ਕਿਸੇ ਦੀ ਪੱਗ ਨੂੰ ਹੱਥ ਨਹੀਂ ਪਾਉਂਦਾ ਜੀ। ਬਾਦਲ ਸਾਹਿਬ ਹੁਣ ਜਿੱਥੇ ਜਾਂਦੇ ਨੇ, ਮੈਂ ਆਪ ਮਿਲਿਆ ਵੱਡੇ ਤੋਂ ਵੱਡੇ ਅਫਸਰਾਂ ਨੂੰ ਕਿਹਾ ਯਾਰ, ਮੈਂ ਉਹਨਾਂ ਨੂੰ ਮੈਂ ਮੜਾ ਮਿਲਣਾ ਯਾਰ, ਤੈਨੂੰ ਟਾਈਮ ਦਿਓ ਥੋੜਾ। ਕਹਿੰਦਾ ਯਾਰ 10 ਮਿੰਟ ਰੁਕ ਜਾ, ਤੈਨੂੰ ਬੁਲਾ ਦਿੰਦੇ ਆ। ਠੀਕ। ਰਿਸਪੈਕਟ ਕਰਦੇ ਨੇ, ਜਿੱਦਾਂ ਇੱਥੇ ਰਿਸਪੈਕਟ ਕਰਦੇ ਨੇ ਵੱਡੇ ਅਫਸਰ। ਪਰ ਜਿਹੜੇ ਹੁਣ ਕਿਸੇ ਉੱਥੇ ਲਾ ਲਓ 3-4 ਬੱਚੇ ਨੇ ਕਿਸੇ ਦੇ, ਇੱਥੇ ਜਿੱਦਾਂ ਖਰਾਬ ਨੇ ਬੱਚੇ ਵਿੱਚ ਨਹੀਂ ਮਾਂ ਪਿਓ ਦੀ ਮੰਨਦੇ, ਉਹਨਾਂ ਨੂੰ ਸਿੱਖਿਆ ਏਦਾਂ ਪਿੰਡ ਚੋਂ ਦਿੱਤੀ ਹੈ, ਤਾਂ ਉਹ ਜਾ ਕੇ ਗਾਂਹ ਜਦੋਂ ਭਰਤੀ ਹੋ ਜਾਂਦੇ ਨੇ ਆਪਣਾ ਫੋਕਰਪੁਣਾ ਦਿਖਾਉਂਦੇ ਨੇ। ਉਹ ਜਿੱਦਾਂ ਹੁਣ ਉਹ ਪੱਗ ਲਾ ਰਿਹਾ ਸੀਗਾ ਵੀ ਤੇਰਾ ਕੀ ਹੱਕ ਬਣਦਾ, ਉਦਾਂ ਵੀ ਤੂੰ ਲੈ ਕੇ ਜਾ ਹੀ ਸਕਦਾ ਬਸ ਤੱਕ ਉਹਨੂੰ। ਨਹੀਂ ਭਾਜੀ, ਇੱਥੇ ਮੈਂ ਆਪ ਜੀ ਨੂੰ ਇੱਕ ਸਵਾਲ ਕਰਦਾ ਵੀ ਜੇ ਉਹ ਆਪ ਮੁਹਾਰੇ ਚੱਲਦੇ ਨੇ, ਜਿਹੜੇ ਛੋਟੇ ਲੈਵਲ ਤੇ ਨੇ ਸਿਪਾਹੀ ਵਗੈਰਾ ਜਾਂ ਜਿਹੜੇ SPO ਵਗੈਰਾ ਰੱਖੇ ਹੋਏ ਆ, ਤਾਂ ਵੱਡੇ ਅਫਸਰ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲੈਂਦੇ ਫਿਰ? ਕਿ ਤੁਸੀਂ ਜਿਹੜੀ ਆਪਣੀ ਕ੍ਰਾਸ ਲਾਈਨ ਜਿਹੜੀ ਆ ਇਹ ਕ੍ਰਾਸ ਕੀਤੀ ਆ,
ਤੁਹਾਨੂੰ ਇਹ ਕਿਹਨੇ ਹੱਕ ਦਿੱਤਾ ਕਿ ਤੁਸੀਂ ਕਿਸੇ ਦੀ ਦਸਤਾਰ ਲਾਵੋ? ਫਿਰ ਵੱਡੇ ਅਫਸਰਾਂ ਨੂੰ ਚਾਹੀਦਾ ਕਿ ਉਹਨਾਂ ਦੇ ਖਿਲਾਫ ਕੇਸ ਹੋਣ। ਹੁਣ ਇੱਥੇ ਇਹਨਾਂ ਮੁਲਕਾਂ ਵਿੱਚ ਦੇਖੋ, ਜੇ ਕੋਈ ਛੋਟਾ ਅਫਸਰ ਕੋਈ ਗਲਤੀ ਕਰਦਾ ਤੇ ਉਸ ਨੂੰ ਸਜ਼ਾ ਮਿਲਦੀ ਹੈ ਬਕਾਇਦਾ, ਡਿਸਪਲਿਨਰੀ ਐਕਸ਼ਨ ਹੋਣਾ ਚਾਹੀਦਾ, ਉਸ ਨੂੰ ਸਸਪੈਂਡ ਕੀਤਾ ਜਾਂਦਾ, ਡਿਸਪਲਿਨਰੀ ਐਕਸ਼ਨ ਕੀਤਾ ਜਾਂਦਾ। ਈਵਨ ਇੱਥੋਂ ਤੱਕ ਕਿ ਉਹਨਾਂ ਦੀਆਂ ਨੌਕਰੀਆਂ ਖੋ ਕੇ ਉਹਨਾਂ ਦੀਆਂ ਪੈਨਸ਼ਨਾਂ ਤੱਕ ਬੰਦ ਕਰ ਦਿੱਤੀਆਂ ਜਾਂਦੀਆਂ। ਪਰ ਉਹ ਡਿਪੈਂਡ ਕਰਦਾ ਕਿ ਉਹਨਾਂ ਦਾ ਜਿਹੜਾ ਜੁਰਮ ਹੈਗਾ ਉਹ ਕਿੰਨੇ ਕੁ ਲੈਵਲ ਦਾ ਹੈਗਾ ਆ। ਸੋ ਮੈਂ ਆਪ ਜੀ ਨਾਲ ਸਹਿਮਤ ਹਾਂ ਕਿ ਜਿਹੜੇ ਛੋਟੇ ਲੈਵਲ ਦੇ ਬੰਦੇ ਉਹ ਕਰਦੇ ਆ, ਲੇਕਿਨ ਮੈਂ ਇੱਥੇ ਤੱਕ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ ਉਹਨਾਂ ਦੇ ਹੁਕਮ ਤੋਂ ਬਿਨਾਂ ਨਹੀਂ ਉਹ ਕਰਦੇ। ਜੇ ਹੁਕਮ ਤੋਂ ਬਿਨਾਂ ਕਰਦੇ ਹੋਣ ਤਾਂ ਉਹਨਾਂ ਦੇ ਖਿਲਾਫ ਜ਼ਰੂਰ ਐਕਸ਼ਨ ਹੋਣੇ ਚਾਹੀਦੇ ਆ, ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਕਿਸੇ ਦੀ ਦਸਤਾਰ ਉਛਾਲ ਦੇਣੀ, ਉਹਨੂੰ ਕੇਸਾਂ ਤੋਂ ਫੜ ਕੇ ਘਸੀਟਣਾ, ਇਹ ਤਾਂ ਇੱਕ ਬਹੁਤ ਵੱਡਾ ਕਿਸੇ ਦੇ ਧਰਮ ਦੇ ਵਿੱਚ ਇੱਕ ਇਹ ਦਖਲ ਅੰਦਾਜ਼ੀ ਹੈਗੀ ਆ। ਸੋ ਆਪ ਜੀ ਦਾ ਬਹੁਤ ਬਹੁਤ ਭਿੰਡਰ ਸਾਹਿਬ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਨਛੱਤਰ ਸਿੰਘ ਜੀ, ਮੈਂ ਆਪ ਜੀ ਵੱਲ ਆਵਾਂ। ਆਪ ਜੀ ਦੱਸੋ ਇਸ ਗੱਲ ਬਾਰੇ ਕਿ ਜੋ ਭਿੰਡਰ ਸਾਹਿਬ ਨੇ ਗੱਲ ਕਹੀ ਆ, ਇਹਦੇ ਚ ਕਿੰਨੀ ਸੱਚਾਈ ਆ ਕਿ ਜਿਹੜਾ ਸਿਰਫ ਛੋਟੇ ਦਾ ਲੈਵਲ ਦੇ ਜਿਹੜੇ ਕਰਮਚਾਰੀ ਆ ਉਹ ਇਹ ਕੰਮ ਕਰਦੇ ਆ, ਵੱਡੇ ਅਫਸਰ ਜਿਹੜੇ ਉਹ ਨਹੀਂ ਕਰਦੇ? ਸਿੱਧਾ ਮੈਂ ਤਾਂ ਇਹੀ ਗੱਲ ਕਹਾਂਗਾ ਕਿ ਵੱਡੇ ਅਫਸਰਾਂ ਦੀ ਡਿਊਟੀ ਬਣਦੀ ਹੈ ਕਿ ਛੋਟੇ ਅਫਸਰਾਂ ਨੂੰ ਦੇਖਣਾ ਚਾਹੀਦਾ ਕਿ ਆਪਣੀ ਡਿਊਟੀ ਸਹੀ ਕਰਦੇ ਕਿ ਗਲਤ ਕਰਦੇ ਜੀ। ਅਗਰ ਉਹ ਕਾਨੂੰਨ ਦੇ ਖਿਲਾਫ ਚੱਲਦੇ, ਬੇਸ਼ੱਕ ਉਹ ਪੁਲਿਸ ਆਫੀਸਰ ਆ, ਉਹ ਵੱਡਿਆਂ ਦੀ ਡਿਊਟੀ ਬਣਦੀ ਆ ਕਿ ਛੋਟਿਆਂ ਨੂੰ ਦੇਖਣਾ ਚਾਹੀਦਾ, ਵਾਚ ਕਰਨਾ ਚਾਹੀਦਾ। ਗਲਤ ਜਦੋਂ ਕਰਦੇ ਤਾਂ ਉਹਨਾਂ ਨੂੰ ਤੇ ਐਕਸ਼ਨ ਲੈਣਾ ਚਾਹੀਦਾ, ਨਾ ਕਿ ਇਹਦਾ ਮਤਲਬ ਇਹ ਥੋੜੀ ਹੁਣ ਵੱਡਿਆਂ ਨੇ ਛੋਟਿਆਂ ਨੂੰ ਛੁੱਟੀ ਦਿੱਤੀ ਤੇ ਜੋ ਮਰਜ਼ੀ ਕਰੀ ਜਾਣ। ਪੁਲਿਸ ਮਹਿਕਮਾ ਬਦਨਾਮ ਹੁੰਦਾ ਕਿ ਨਹੀਂ ਇਹਦੇ ਨਾਲ? ਉਹਨਾਂ ਨੇ ਸੋਚਣਾ ਹੀ ਚਾਹੀਦਾ ਕਿ ਸਾਡਾ ਪੁਲਿਸ ਮਹਿਕਮਾ ਬਦਨਾਮ ਹੁੰਦਾ, ਅਸੀਂ ਸਾਡੇ ਪੁਲਿਸ ਅਫਸਰ ਜਿਹੜੇ ਕਾਨੂੰਨ ਤੋੜ ਰਹੇ ਆ, ਜਿਹੜੀ ਕਿ ਬਿਲਕੁਲ ਨਜਾਇਜ਼ ਕਰ ਰਹੇ ਆ। ਸਾਡੇ ਜਿਹੜੇ ਵੱਡੇ ਇਸ ਵੇਲੇ ਪਾਵਰ ਦੇ ਵਿੱਚ ਹੈਗੇ ਨੇ, ਗਵਰਨਮੈਂਟ ਵੀ ਲਾ ਲਓ, ਜੋ ਪੰਜਾਬ ਦੇ ਵਿੱਚ ਜਿਹੜੇ ਬਾਦਲ ਸਾਹਿਬ ਵੀ ਹੈਗੇ ਆ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਅਸੀਂ ਇਸੇ ਜਨਤਾ ਦੀ ਵੋਟਾਂ ਲੈ ਕੇ ਅਸੀਂ ਪਾਵਰ ਵਿੱਚ ਆਏ ਆ। ਹੁਣ ਅਸੀਂ ਉਸੇ ਜਨਤਾ ਨੂੰ ਆਪਣੀ ਐਡੀ ਪਾਵਰ ਸਾਡੇ ਜੋਗੇ ਅਸੀਂ ਉਹਨਾਂ ਨੂੰ ਦਬਾ ਰਹੇ ਆ। ਇਹ ਧੱਕੇ ਚੋਰੀ ਕਰਕੇ ਜਾਂ ਇਹਦਾ ਤਸ਼ੱਦਦ ਕਰਕੇ ਕਿਸੇ ਨੂੰ ਇਹ ਕਿੰਨਾ ਕੁ ਚਿਰ ਡਰਾ ਲੈਣਗੇ? ਉਹਨਾਂ ਨੂੰ ਸਮਾਂ ਹੋਰ ਭੜਕਾ ਰਿਹਾ, ਉਹ ਇਸ ਚੀਜ਼ ਨੂੰ ਸ਼ਾਂਤ ਨਹੀਂ ਕਰ ਰਿਹਾ। ਉਹ ਸਮਾਂ ਹੋਰ ਇਸ ਅੱਤਵਾਦ ਨੂੰ, ਇਹ ਜੋ ਕੁਝ ਵੀ ਕਹਿ, ਇਹ ਅੱਤਵਾਦ ਕਹਿੰਦੇ, ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਜੁਝਾਰੂ ਸਿੰਘ ਕਹਿੰਦੇ। ਉਹਨਾਂ ਨੂੰ ਕਹੋ ਜੁਝਾਰੂ ਸਿੰਘ ਨੇ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ, ਉਹ ਸਾਰੀ ਦੁਨੀਆ ਦੇ ਹੱਕਾਂ ਲਈ ਲੜ ਰਹੇ ਆ। ਇਹ ਜ਼ਬਰਦਸਤੀ ਕਿਸੇ ਨੂੰ ਕਿੰਨਾ ਕੁ ਚਿਰ ਦਬਾਇਆ ਜਾ ਸਕਦਾ? ਕਿੰਨਾ ਕੁ ਚਿਰ ਉਹਨੂੰ ਪ੍ਰੈਸ਼ਰ 'ਚ ਰੱਖਿਆ ਜਾ ਸਕਦਾ? ਇੱਕ ਦਿਨ ਤੇ ਪ੍ਰੈਸ਼ਰ ਫਿਰ ਜ਼ਿਆਦਾ ਫਟ ਜਾਏਗਾ, ਫਿਰ ਇਹਨਾਂ ਕੋਲ ਸੰਭਾਲਿਆ ਨਹੀਂ ਜਾਣਾ। ਇਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ, ਸਮਝ ਤੋਂ ਕੰਮ ਲੈਣਾ ਚਾਹੀਦਾ। ਸ਼ਾਂਤੀ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਜੋ ਕਿਸੇ ਇੱਦਾਂ ਦੇ ਮਸਲਿਆਂ ਨੂੰ ਨਜਿੱਠਣਾ ਚਾਹੀਦਾ। ਹਰ ਇੱਕ ਦਾ ਹੱਕ ਬਣਦਾ, ਜਿਹਦੇ ਨਾਲ ਜਿਹਨੂੰ ਕੋਈ ਤਕਲੀਫ ਹੈ, ਜਦੋਂ ਗੌਰਮੈਂਟ ਕੋਲ ਜਾਂਦੇ, ਜੋ ਨਹੀਂ ਸੁਣਦੇ, ਅਖੀਰ ਜਦੋਂ ਮੁਜ਼ਾਹਰੇ ਕਰਦੇ ਆ, ਜਦੋਂ ਉਹਨਾਂ ਨੇ ਕਿਸੇ ਨੂੰ ਵੀ ਮਾਰਿਆ ਨਹੀਂ, ਮੂਹਰੇ ਲੜਾਈ ਨਹੀਂ ਕੀਤੀ ਪੁਲਿਸ ਦੇ ਨਾਲ, ਉਹ ਹੱਥੋਂ ਮਤਾਈ ਨਹੀਂ ਹੁੰਦੇ, ਨਾ ਕੋਈ ਮੁਕਾਬਲਾ ਕਰਦੇ, ਤਾਂ ਪੁਲਿਸ ਵਾਲਿਆਂ ਨੂੰ ਉਹਨਾਂ ਦੇ ਉੱਤੇ ਤਸ਼ੱਦਦ ਨਹੀਂ ਕਰਨਾ ਚਾਹੀਦਾ। ਇਹ ਬਾਦਲ ਸਾਹਿਬ ਨੂੰ, ਇਹਨਾਂ ਨੂੰ ਪੁਲਿਸ ਨੂੰ ਹੁਕਮ ਦੇਣੇ ਚਾਹੀਦੇ ਕਿ ਤੁਸੀਂ ਉਹਨਾਂ ਨੂੰ ਕੁੱਟਮਾਰੀ ਨਾ ਕਰੋ, ਨਹੀਂ ਬੇਇੱਜ਼ਤੀ ਨਾ ਕਰੋ। ਉਹ ਸਿਰ ਪੱਗਾਂ ਲਾਉਂਦੇ ਆ, ਵਾਲ ਉਹਨਾਂ ਦੇ ਕੇਸ ਪੱਟੀ ਜਾਂਦੇ ਆ। ਗੁਰੂ ਗ੍ਰੰਥਾਂ ਸਾਹਿਬ ਦੀ ਬੇਅਬਦੀ ਹੋ ਰਹੀ ਆ, ਉੱਥੇ ਕਿਹੜੀ ਨਹੀਂ ਬੇਅਬਦੀ ਹੋ ਰਹੀ, ਧੀਆਂ ਭੈਣਾਂ ਦੀ ਬੇਅਬਦੀ ਹੋ ਰਹੀ ਹੈ। ਇਹ ਮੇਰੇ ਆਪਣੇ ਮੁਤਾਬਕ, ਮੇਰੇ ਆਪਣੇ ਵਿਊਜ਼ ਆ ਇਹ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਨਛੱਤਰ ਸਿੰਘ ਜੀ। ਮੈਂ ਇਹ ਕਹਿਣਾ ਚਾਹੁੰਦਾ ਭਈ ਪੁਲਿਸ ਜਿਹੜੀ ਆ ਉਹ ਜਦੋਂ ਵੀ ਕਿਤੇ ਪ੍ਰੋਟੈਕਸ਼ਨ ਤੇ ਜਾਂਦੀ ਆ, ਕਿਉਂਕਿ ਉਹਨਾਂ ਨੂੰ ਪਤਾ ਸੀ CM ਸਾਹਿਬ ਉੱਥੇ ਜਾ ਰਹੇ ਆ, ਆਰਮਡ ਪੁਲਿਸ ਵੀ ਆ, ਉਹਨਾਂ ਕੋਲ ਹਥਿਆਰ ਵੀ ਆ, ਨਫਰੀ ਦੇ ਵਿੱਚ ਵੀ ਉਹ ਕਾਫੀ ਗਿਣਤੀ ਹੁੰਦੀ ਉਹਨਾਂ ਦੀ। ਤੇ ਲਾਈਨਮੈਨ ਹੁਣ ਪਤਾ ਨਹੀਂ ਸਾਨੂੰ ਵੀ ਕਿੰਨੇ ਸੀ, ਚਲੋ 1000 ਬੰਦਾ ਹੋਏਗਾ, 500 ਹੋਏਗਾ, ਕੁਝ ਵੀ ਹੋਏਗਾ। ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾ ਬੁਝਾ ਕੇ ਜਾਂ ਥੋੜੀ ਬਹੁਤ ਜ਼ਬਰਦਸਤੀ ਵਰਤ ਕੇ ਵੀ ਉਹਨਾਂ ਨੂੰ ਦੂਰ ਲਿਜਾਇਆ ਜਾ ਸਕਦਾ ਸੀ। ਦੂਰ ਲਿਜਾ ਕੇ ਉਹ ਕਹਿੰਦੇ ਇੱਥੇ ਮਾਰੀ ਜਾਓ ਨਾਰੇ ਜਿੰਨੇ ਮਰਜ਼ੀ ਆ, ਅੱਧ ਮੀਲ ਤੇ ਲੈ ਜਾਂਦੇ ਉਹਨਾਂ ਨੂੰ, ਜਿੰਨੇ ਮਰਜ਼ੀ ਉੱਥੇ ਨਾਰੇ ਕਹਿੰਦੇ ਮਾਰੀ ਜਾਓ। ਪਰ ਜਿਹੜੀ ਡਾਂਗ ਬਣਾਉਣੀ ਆ, ਬੇਅਦਬੀ ਕਰਨੀ ਆ, ਸਾਡੇ ਪਾਸ ਸਮੇਂ ਦੀ ਇਸ ਵੇਲੇ ਬੜੀ ਘਾਟ ਹੈ। ਸਿਰਫ 4 ਮਿੰਟ ਬਾਕੀ ਰਹਿ ਗਏ ਨੇ। ਮੈਂ ਸਿਰਫ ਇੱਕ ਮਿੰਟ ਵਾਸਤੇ ਸਾਰੇ ਵੀਰਾਂ ਵੱਲ ਆਵਾਂਗਾ। ਸਭ ਤੋਂ ਪਹਿਲਾਂ ਚੌਹਾਨ ਸਾਹਿਬ, ਆਪ ਜੀ ਕੁਝ ਕਹਿਣਾ ਚਾਹੁੰਦੇ ਹੋ? ਬੜੇ ਬਰੀਫ ਦੇ ਵਿੱਚ ਕਲੋਜ਼ਿੰਗ ਜਿਹੜੇ ਸਾਡੇ ਰਿਮਾਰਕਸ ਹੈਗੇ ਉਹ ਅਸੀਂ ਦੇਣੇ ਕੱਲ ਦੀ ਘਟਨਾ ਬਾਰੇ, ਤੇ ਕੱਲ ਦੀ ਗੱਲ ਬਾਰੇ ਅਸੀਂ ਗੱਲਾਂ ਕਰਨੀਆਂ ਨੇ, ਹੋਰ ਨਹੀਂ ਗੱਲ ਕਰਨੀ ਕੋਈ। ਗੱਲ ਇਹ ਆ ਸਰਨਮਲ ਸਿੰਘ ਜੀ, ਗੱਲ ਇਹ ਵੀ ਕੱਲ ਦੀ ਘਟਨਾ ਬਾਰੇ ਗੱਲ ਮੈਂ ਆਪਣੇ ਵੱਲੋਂ ਕਾਫੀ ਕੁਝ ਕਹਿ ਚੁੱਕਾ ਹਾਂ ਪਹਿਲਾਂ, ਲੇਕਿਨ ਮੈਂ ਇੱਕ ਗੱਲ ਇੱਥੇ ਸਾਡੇ ਸਾਹਮਣੇ ਆਈ ਸੀ, ਸੰਤ ਸਮਾਜ ਦੀ ਗੱਲ ਆਈ ਸੀ, ਸਰਦਾਰ ਕਪੂਰ ਸਿੰਘ ਦੀ ਗੱਲ ਆਈ ਸੀ ਜੀ। ਸਰਦਾਰ ਕਪੂਰ ਸਿੰਘ ਦੇ ਸਮੇਂ ਦੇ ਉੱਤੇ ਜੇ ਤਾਂ ਅਸੀਂ ਸਰਦਾਰ ਕਪੂਰ ਸਿੰਘ ਦਾ ਮੈਂਸ਼ਨ ਕਰਨਾ, ਸਾਨੂੰ ਉਹਨਾਂ ਵਰਗੇ ਬਣਨਾ ਪਏਗਾ, ਕਿਉਂਕਿ ਜਿਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਗੱਦੀ ਤੇ ਬੈਠੇ ਸੀਗੇ, ਉਹਨਾਂ ਆਉਂਦਿਆਂ ਨਹੀਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਾਰੇ ਭੁੱਲ ਕੇ ਸਰਕੂਲਰ ਜਾਰੀ ਕਰ ਦਿੱਤਾ ਸੀਗਾ। ਸਾਚੀ ਸਾਖੀ ਵਿੱਚ ਲਿਖਿਆ ਗਿਆ ਹੈਗਾ, ਮੈਂ ਸਾਹਬ ਕਹਿਤਾ ਸੀਗਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਨਕੇ ਉੱਪਰ ਕੜੀ ਨਿਗਾਹ ਰੱਖੀ ਜਾਏ, ਨਜ਼ਰ ਰੱਖੀ ਜਾਏ। ਔਰ ਉਹ ਸਰਕੂਲਰ ਜਿਹੜਾ ਸੀਗਾ ਸਰਦਾਰ ਕਪੂਰ ਸਿੰਘ ਨੇ ਪਾੜ ਕੇ ਨਦੀ ਟੋਰੀ ਸਿੱਟਦਾ ਸੀਗਾ। ਸਾਰੀ ਜ਼ਿੰਦਗੀ ਜਿਹੜੀ ਚੀਜ਼ ਝੁਕਦੀ ਨਹੀਂ ਉਹ ਟੁੱਟ ਜਾਂਦੀ ਆ,
ਸਾਰੀ ਜ਼ਿੰਦਗੀ ਸਰਦਾਰ ਕਪੂਰ ਸਿੰਘ ਉਹ ਇਹਨਾਂ ਦੇ ਨਾਲ ਲੜਦਾ ਰਿਹਾ ਔਰ ਉਸ ਨੇ ਝੁਕਣਾ ਨਹੀਂ ਪਸੰਦ ਕੀਤਾ ਔਰ ਆਪਣੇ ਅਸੂਲ ਤੋਂ ਕਹਿੰਦਾ ਮੈਂ ਬਿਲਕੁਲ ਇਹ ਚੀਜ਼ਾਂ ਲਾਗੂ ਨਹੀਂ ਕਰੂੰਗਾ। ਜੇ ਅਸੀਂ ਇਦਾਂ ਦੇ ਮਹਾਨ ਬੇਸ਼ਕੀਮਤਾਂ ਦਾ ਮੈਂਸ਼ਨ ਕਰਨਾ ਸਾਨੂੰ ਉਹਨਾਂ ਵਰਗੇ ਬਣਨਾ ਪਊਗਾ। ਔਰ ਜਿਹੜੀ ਅੱਜ ਇਹ ਉੱਥੇ ਹੈਪਨ ਹੋਈ ਹੈ ਉੱਥੇ ਚਾਹੇ ਸਰਕਾਰ ਜੇ ਕੈਪਟਨ ਦੀ ਵੀ ਹੁੰਦੀ ਤਾਂ ਵੀ ਇਹੀ ਕੁਛ ਹੋਣਾ ਕਿ ਇਹਨਾਂ ਨੂੰ ਕੀ ਆਪ ਇਸ ਗੱਲ ਨੂੰ ਸਮਝਦੇ ਹੋ ਕਿ ਉਹ ਜਿਹੜੀ ਕੜੀ ਨਜ਼ਰ ਦਾ ਸਰਕੂਲਰ ਸੀ ਵੀ ਸਿੱਖਾਂ ਤੇ ਕੜੀ ਨਜ਼ਰ ਰੱਖੀ ਜਾਵੇ, ਅੱਜ ਉਹ ਕੜੀ ਨਜ਼ਰ ਬਦਲਦੀ ਕੇਸ ਪੁੱਟਣ ਤੱਕ ਤੇ ਲਾਉਣ ਤੱਕ ਚਲੇ ਗਈ ਹੈ। ਸਾਨੂੰ ਸਾਡੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਸਾਡੇ ਪੁਲਿਸ ਵਾਲਿਆਂ ਸਾਡੀ ਸਰਕਾਰ ਸਾਨੂੰ ਜਰਾਇਮ ਪੇਸ਼ਾ ਬਣਾ ਦਿੱਤਾ ਗਿਆ ਹੈਗਾ ਔਰ ਜਰਾਇਮ ਪੇਸ਼ਾ ਬਣਾ ਕੇ ਸਾਡੇ ਨਾਲ ਉਹੋ ਜਿਹਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈਗਾ ਜਿਹੜੇ ਕਿ ਅਸੀਂ ਕਿਉਂਕਿ ਇੱਕ ਧਰਮ ਨੂੰ ਮੰਨਣਾ ਜਾਂ ਧਰਮ ਦੀ ਰਾਖੀ ਕਰਨ ਵਾਲੇ ਔਰ ਨਿਤਨੇਮੀ ਸਿੱਖ ਜਿਹੜੇ ਅੰਮ੍ਰਿਤਧਾਰੀ ਹੈਗੇ ਆ ਉਹਨਾਂ ਨੂੰ ਜੁਰਮ ਸਮਝਿਆ ਜਾ ਰਿਹਾ ਹੈਗਾ। ਇਸ ਕਰਕੇ ਸਾਡੇ ਨਾਲ ਇਹ ਜੋ ਕੁਝ ਹੋ ਰਿਹਾ ਜਿੰਨਾ ਚਿਰ ਅਸੀਂ ਇੱਥੇ ਮੈਂ ਹਮੇਸ਼ਾ ਕਿਹਾ ਕਰਦਾ ਔਰ ਜਿੰਨਾ ਚਿਰ ਅਸੀਂ ਜਥੇਬੰਦੀਆਂ ਇਕੱਠੇ ਹੋ ਕੇ ਜਿਹੜਾ ਵੀ ਉੱਥੋਂ ਲੀਡਰ ਆਉਂਦਾ ਕੋਈ ਵੀ ਹੈ ਉੱਥੇ ਸਾਨੂੰ ਬਹਾਲ ਕੇ ਉਹਨੂੰ ਪੁੱਛਣਾ ਚਾਹੀਦਾ ਵੀ ਕਿਉਂ ਹੋ ਰਿਹਾ। ਜੈਂਟਲਮੈਨ ਨਾ ਹੋ ਸਿਵਲਾਈਜ਼ਡ ਕੰਟਰੀ 'ਚ ਬੈਠੇ ਆ ਉਹਨਾਂ ਨੂੰ ਪੂਰੇ ਸਵਾਲ ਰੱਖਣੇ ਚਾਹੀਦੇ ਆ ਔਰ ਜੇ ਅਸੀਂ ਉਹਨਾਂ ਨੂੰ ਨਹੀਂ ਪੁੱਛਦੇ ਇਹ ਸਮਝ ਇਹ ਸਾਡੇ ਨਾਲ ਇਦਾਂ ਕੁਝ ਅੱਜ ਦੀ ਜਿਹੜੀ ਚੌਹਾਨ ਸਾਹਿਬ ਹੋਰ ਖਬਰ ਹੈ ਕਿ ਭਾਈ ਕੁਲਬੀਰ ਸਿੰਘ ਜੀ ਬੜਾ ਪਿੰਡ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਰਾਤ ਤੇ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸਮਝਦੇ ਹੈਗੇ। ਸੋ ਮੈਂ ਹੁਣ ਦਈਆ ਸਾਹਿਬ ਵੱਲ ਆਉਣਾ। ਦਈਆ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ? ਬਿਲਕੁਲ ਬਰੀਫ ਦੇ ਵਿੱਚ ਸਾਡੇ ਪਾਸ ਸਿਰਫ 2-3 ਮਿੰਟ ਨੇ, ਅੱਧੇ ਮਿੰਟ ਦੇ ਵਿੱਚ ਆਪਣਾ ਵਿਚਾਰ ਤੁਸੀਂ ਦੱਸੋ। ਜਿਸ ਤਰੀਕੇ ਨਾਲ ਹੁਣ ਤੱਕ ਸਿੱਖਾਂ ਦੇ ਨਾਲ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਚਾਹੇ ਕਿਸੇ ਵੀ ਚਾਹੇ ਪੰਥ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਹੋਵੇ, ਮੈਂ ਇਹ ਸਮਝਦਾ ਕਿ ਉਹ ਸਿੱਖਾਂ ਨੂੰ ਹਮੇਸ਼ਾ ਹੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਨੇ ਜੀ ਔਰ ਸਿੱਖਾਂ ਲਈ ਇਹ ਬਹੁਤ ਹੀ ਯਾਨੀ ਕਿ ਮੁਸ਼ਕਿਲ ਹੈ, ਸਾਹਮਣੇ ਸਮੱਸਿਆ ਖੜੀ ਮੂੰਹ ਵੱਡੀ ਕਿ ਸਾਨੂੰ ਇਹਦਾ ਕਿੱਦਾਂ ਸਾਹਮਣਾ ਕਰਨਾ ਚਾਹੀਦਾ। ਉਹ ਤਦ ਤੱਕ ਨਹੀਂ ਅਸੀਂ ਉਹਦਾ ਸਾਹਮਣਾ ਕਰ ਜਦ ਤੱਕ ਸਾਰੇ ਸਿੱਖ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਟਕਸਾਲ ਨਾਲ ਹੋਣ, ਕਿਸੇ ਵੀ ਉਹ ਪੰਥਕ ਦਲ ਹੋਣ ਜਾਂ ਸ਼੍ਰੋਮਣੀ ਕਮੇਟੀ ਹੋਵੇ, ਜਿੰਨੇ ਵੀ ਅਕਾਲੀ ਦਲ ਹੋਵੇ, ਜਦ ਤੱਕ ਇਹ ਸਾਰੇ ਲੀਡਰ ਸਾਡੇ ਜਿਹੜੇ ਇਕੱਠੇ ਨਹੀਂ ਹੁੰਦੇ। ਕਿਉਂਕਿ ਕੌਜ਼ ਸਾਡਾ ਦਈਆ ਸਾਹਿਬ ਸਾਂਝਾ ਆ, ਦਸਤਾਰ ਸਾਡੇ ਗੁਰੂ ਦੀ ਆ, ਕੇਸ ਸਾਡੇ ਗੁਰੂ ਦੀ ਮੋਹਰ ਹੈ, ਕਕਾਰ ਸਾਡੇ ਗੁਰੂ ਦੀਆਂ ਮੋਹਰਾਂ ਨੇ ਸਾਡੇ ਪਾਸ। ਇਹਦੇ ਨਾਲ ਕੋਈ ਕਿਸੇ ਜਥੇਬੰਦੀ ਦਾ ਕੋਈ ਨਹੀਂ ਡਿਸਟਿੰਕਸ਼ਨ ਹੈਗੀ ਕਿ ਕੌਣ ਕਿਹਨੂੰ ਬਿਲੋਂਗ ਕਰਦਾ ਹੈ। ਸਾਰਿਆਂ ਨੂੰ ਇਕੱਠੇ ਹੋ ਕੇ ਹੀ ਮਤਲਬ ਦਾ ਸਾਹਮਣਾ ਕੀਤਾ ਜਾ ਸਕਦਾ। ਮੰਡੇਰ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਮੇਰੇ ਵੀਰ ਜੀ, ਮੇਰੇ ਭਰਾਵਾਂ ਤਾਂ ਗੱਲ ਮੋਸਟਲੀ ਸਮਰਪਿਤ ਕਰ ਦਿੱਤੀ ਆ ਜੀ। ਜਿੰਨੇ ਤੱਕ ਮੇਰੇ ਵੀਰ ਜੀ ਆਪਾਂ ਯੂਨਾਈਟਿਡ ਨਹੀਂ ਹੁੰਦੇ ਆਪਾਂ ਨੂੰ ਇਦਾਂ ਮਾਰ ਪਈ ਜਾਣੀ ਆ। ਬਹੁਤ ਵਧੀਆ ਮੈਸੇਜ ਹੈ। ਨਛੱਤਰ ਸਿੰਘ ਜੀ ਆਪ ਜੀ ਕੀ ਕਹਿਣਾ ਚਾਹੁੰਦੇ? ਸਹੀ ਕਹਾਂਗਾ ਜੀ, ਮੀਡੀਆ ਦਾ ਬੜਾ ਅੱਛਾ ਰੋਲ ਆਪਣਾ ਅਦਾ ਕਰ ਰਿਹਾ ਜਿਹੜਾ ਕਿ ਸਾਰੀ ਦੁਨੀਆ 'ਚ ਤਾਜ਼ੀ ਤੋਂ ਤਾਜ਼ੀ ਖਬਰਾਂ ਪਹੁੰਚਾ ਰਿਹਾ। ਅਸੀਂ ਬੜੇ ਧੰਨਵਾਦੀ ਹਾਂ ਤੇ ਮੀਡੀਆ ਆਪਣੇ ਨੂੰ ਆਪਾਂ ਸਪੋਰਟ ਕਰੀਏ ਤਾਂ ਸਟਰੋਂਗ ਬਣਾਈਏ। ਇੱਕ ਵਾਰੀ ਮੈਂ ਅਖੀਰ ਦੇ ਵਿੱਚ ਇਹ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਜਿਹੜੇ ਮੇਰੇ ਵੀਰ ਕਾਲਰ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਦੇ ਵਿਚਾਰਾਂ ਦੀ ਅਸੀਂ ਕਦਰ ਵੀ ਕਰਦੇ ਹਾਂ, ਲੇਕਿਨ ਇੱਕ ਮੈਂ ਜ਼ਰੂਰ ਕਹੂੰਗਾ ਕਿ ਵੀਰ ਜੀ ਜਜ਼ਬਾਤੀ ਨਾ ਇੰਨੇ ਹੋਵੋ। ਜਜ਼ਬਾਤ ਨਾਲ ਕਦੀ ਵੀ ਕੋਈ ਜੰਗ ਜਿਹੜੀ ਹੈ ਲੜਾਈ ਨਹੀਂ ਜਿੱਤੀ ਜਾਂਦੀ, ਹਮੇਸ਼ਾ ਵਿਚਾਰਾਂ ਨਾਲ ਹੀ ਜਿੱਤੀ ਜਾਂਦੀ ਹੈ। ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਕੇ ਹੀ ਕਿਸੇ ਸਿੱਟੇ ਤੇ ਪਹੁੰਚਿਆ ਜਾ ਸਕਦਾ। ਦੂਜੀ ਗੱਲ ਜਿਹੜੀ ਹੈ ਇੱਕ ਵਾਰੀ ਮੈਂ ਫੇਰ ਰਿਪੀਟ ਕਰਨੀ ਚਾਹੁੰਦਾ ਸਿੱਖ ਚੈਨਲ ਦੀ ਮੈਨੇਜਮੈਂਟ ਵੱਲੋਂ, ਇੱਥੋਂ ਦੇ ਪ੍ਰਬੰਧਕਾਂ ਵੱਲੋਂ, ਕਿ ਮੀਡੀਆ ਦਾ ਰੋਲ ਸਿਰਫ ਤੇ ਸਿਰਫ ਇਹਨਾਂ ਹੈ ਕਿ ਅਸੀਂ ਜੋ ਵੀ ਤਾਜ਼ੀ ਤੋਂ ਤਾਜ਼ੀ ਘਟਨਾ ਸਾਡੇ ਨਾਲ ਵਾਪਰਦੀ ਅਸੀਂ ਆਪ ਜੀ ਦੇ ਸਾਹਮਣੇ ਲਿਆਉਣ ਲਈ ਵਚਨਬੱਧ ਹਾਂ। ਅਸੀਂ ਕਿਸੇ ਵੀ ਕੰਮ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦੇ, ਕਿਉਂਕਿ ਜੇ ਅਸੀਂ ਵੀ ਉਹ ਕੰਮ ਹੱਥ ਵਿੱਚ ਆਪਣੇ ਲੈ ਲਏ ਤੇ ਸਾਡੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਸਾਡਾ ਟਕਰਾਓ ਸ਼ੁਰੂ ਹੋਵੇਗਾ। ਸੋ ਅਸੀਂ ਇਹ ਨਹੀਂ ਕਰਨਾ ਚਾਹੁੰਦੇ। ਸਾਡਾ ਰੋਲ ਜਿਹੜਾ ਸਾਨੂੰ ਇਹ ਕਰਨ ਦਿਓ ਕਿ ਅਸੀਂ ਨਵੀਂ ਤੋਂ ਨਵੀਂ ਜਿਹੜੀ ਚੀਜ਼ ਸਾਡੇ ਨਾਲ ਵੀ ਕੋਈ ਵਾਪਰਦੀ ਆ, ਕਿਤੇ ਵੀ ਸਿੱਖ ਸੰਸਾਰ ਦੇ ਵਿੱਚ ਸਿੱਖਾਂ ਦੇ ਨਾਲ ਕੋਈ ਇਦਾਂ ਦੀ ਦੁਰਘਟਨਾ ਵਾਪਰਦੀ ਆ, ਅਸੀਂ ਜਲਦੀ ਤੋਂ ਜਲਦੀ ਆਪ ਜੀ ਦੇ ਸਾਹਮਣੇ ਲਿਆਈਏ। ਆਪ ਜੀ ਨੇ ਨੋਟ ਕੀਤਾ ਹੋਵੇਗਾ ਕਿ ਜਿਸ ਦਿਨ ਅਮਰੀਕਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ, ਸਿੱਖ ਚੈਨਲ ਨੇ ਐਡਾ ਵੱਡਾ ਰੋਲ ਨਿਭਾ ਕੇ ਉਧਰੋਂ ਸਾਰਾ ਘਟਨਾ ਚੱਕਰ ਉੱਥੇ ਚੱਲ ਰਿਹਾ ਸੀ ਤੇ ਅਸੀਂ ਇੱਥੋਂ ਚੈਨਲ ਦੇ ਉੱਤੋਂ ਲਾਈਵ ਪ੍ਰੋਗਰਾਮ ਦੇ ਰਹੇ ਸੀ, ਜਿਹਦੀ ਸ਼ਲਾਘਾ ਵੀ ਹੋਈ ਹੈ ਦੁਨੀਆ ਦੇ ਵਿੱਚ ਸਾਰੇ ਪਾਸੇ। ਸੋ ਸਾਡਾ ਰੋਲ ਜਿਹੜਾ ਹੈ ਉਹ ਸਾਨੂੰ ਇਹ ਕਰਨ ਦਿਓ ਕਿ ਅਸੀਂ ਜੋ ਵੀ ਦੁਰਘਟਨਾਵਾਂ ਘਟਨਾਵਾਂ ਚੰਗੀ ਗੱਲ ਮਾੜੀ ਗੱਲ ਜੋ ਵੀ ਵਾਪਰਦੀ ਹੈ ਸਿੱਖ ਸੰਸਾਰ ਦੇ ਵਿੱਚ ਅਸੀਂ ਉਹ ਆਪ ਜੀ ਦੇ ਰੂਬਰੂ ਇਦਾਂ ਰੱਖਦੇ ਰਹੀਏ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਕਾਲ ਕੀਤਾ ਹੈ। ਆਓ ਅਖੀਰ ਵਿੱਚ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।